ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ। ਉਮੀਦ ਕਰਦਾ ਸਾਰੇ ਠੀਕ ਹੋਵੋਗੇ। ਤੇ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ FCI ਤੇ PSSP ਦਾ MCQ ਦਾ ਸੈੱਟ ਨੰਬਰ 3। ਠੀਕ ਹੈ ਜੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਭਾਈ। ਦੇਖੋ ਬਿਲਕੁਲ ਫ੍ਰੀ ਸਟੱਡੀ ਕਰਵਾ ਰਹੇ ਹਾਂ, ਬਿਨਾਂ ਕਿਸੇ ਲਾਲਚ ਤੋਂ। ਪੂਰਾ ਵਧੀਆ ਤੁਹਾਨੂੰ ਕੰਟੈਂਟ ਮਿਲ ਰਿਹਾ। ਠੀਕ ਹੈ, ਤੁਹਾਡਾ ਹੱਕ ਹੈਗਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨ ਦਾ। ਦੂਸਰੀ ਗੱਲ, ਇੱਕ ਤਾਂ ਇਹ ਗੱਲ ਹੈਗੀ ਮੇਨ। ਦੂਸਰੀ ਗੱਲ ਇਹ ਹੈ ਕਿ ਭਾਈ ਜਿਹੜਾ ਤੁਹਾਨੂੰ ਇਹ ਮਿਲੂਗਾ, ਇਹਦੇ ਸਾਰੇ PDF ਤੁਹਾਨੂੰ ਮਿਲ ਜਾਂਦੇ ਆ। PDF ਤੁਹਾਨੂੰ ਇਹ ਮਿਲਣਗੇ ਆਪਣੇ ਗਰੁੱਪ ਬਣਿਆ ਹੋਇਆ, ਟੈਲੀਗ੍ਰਾਮ ਗਰੁੱਪ, ਜਿਹਦੇ ਨਾਂ ਹੈਗਾ ਫ੍ਰੀ ਪੰਜਾਬ ਐਗਜ਼ਾਮ ਸਟੱਡੀ। ਥੱਲੇ ਲਿਖਿਆ ਹੋਇਆ ਨਾਮ ਆ ਦੇਖੋ, ਬਟਨ ਮਾਰਕ ਦੇ ਵਿੱਚ ਨਾਂ ਲਿਖਿਆ ਹੋਇਆ ਫ੍ਰੀ ਪੰਜਾਬ। ਆ ਦੇਖੋ ਫ੍ਰੀ ਪੰਜਾਬ ਐਗਜ਼ਾਮ ਸਟੱਡੀ ਇਹ ਲਿਖਿਆ ਹੋਇਆ ਨਾ। ਇਹੀ ਜਦੋਂ ਤੁਸੀਂ ਟੈਲੀਗ੍ਰਾਮ 'ਤੇ ਜਾ ਕੇ ਆਪਣਾ ਨੇਮ ਭਰੋਗੇ ਤਾਂ ਤੁਹਾਡੇ ਮੂਹਰੇ ਆਪਣੇ ਇਹ ਇੰਟਰਫੇਸ ਖੁੱਲ੍ਹ ਜੂਗਾ। ਠੀਕ ਹੈ, ਅਤੇ ਚੈਨਲ ਨੂੰ ਆਪਣੇ ਜੁਆਇਨ ਕਰ ਲਓ, ਉਹ 'ਚ ਤੁਹਾਨੂੰ ਸਾਰੇ PDF ਮੈਂ ਪ੍ਰੋਵਾਈਡ ਕਰਵਾ ਦੂੰਗਾ। ਠੀਕ ਹੈ ਜੀ। ਅਤੇ ਅੱਜ ਆਪਾਂ ਲਾਉਣ ਜਾ ਰਹੇ ਹਾਂ ਤੀਸਰਾ ਸੈੱਟ। ਅਤੇ ਇੱਕ ਮੇਰੀ ਗੱਲ ਹੁੰਦੀ ਹੈ ਬਈ, ਜਿੰਨੇ ਵੀ ਆਪਣੇ ਕੈਂਡੀਡੇਟ ਹੈਗੇ, ਚਾਹੇ ਪੰਜਾਬ ਪੁਲਿਸ ਵਾਲਾ ਕੋਈ ਵੀ ਹੈ, ਇੱਕ ਵਾਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਯਾਰ। ਠੀਕ ਹੈ, ਤੁਹਾਡੀ ਵੀ ਹੈਲਪ ਹੁੰਦੀ ਹੈ ਇਹਦੇ ਨਾਲ। ਜਦੋਂ ਤੁਸੀਂ ਲਾਈਕ ਕਰ ਦਿਓ, ਵੀਡੀਓ ਵੱਧ ਤੋਂ ਵੱਧ ਸ਼ੇਅਰ ਹੁੰਦੀ ਹੈ, ਤੁਹਾਡਾ ਸਾਰੇ ਬੱਚਿਆਂ ਦਾ ਹੱਕ ਹੈ। ਚਾਹੇ ਕਿਸੇ ਦੇ ਕੰਮ ਦੀ ਕੋਈ ਵੀਡੀਓ ਹੁੰਦੀ ਹੈ, ਚਾਹੇ ਕੰਮ ਦੀ ਵੀਡੀਓ ਨਹੀਂ ਹੁੰਦੀ। ਠੀਕ ਹੈ, ਇਹ ਕੰਮ ਜ਼ਰੂਰ ਕਰਿਆ ਕਰੋ। ਜਦੋਂ ਤੁਹਾਡੀ ਮੈਂ 1-2 ਦਿਨਾਂ ਬਾਅਦ ਕਲਾਸ ਲਾਉਣਾ, ਫਿਰ ਤੁਸੀਂ ਲੋਟ ਆਉਂਦੇ ਹੋ, ਨਹੀਂ ਤੁਸੀਂ ਲੋਟ ਨਹੀਂ ਆਉਂਦੇ। ਠੀਕ ਹੈ, ਅਤੇ ਚਲੋ ਜੀ ਕਰਨ ਜਾ ਰਹੇ ਆਪਾਂ ਸ਼ੁਰੂ। ਦੇਖੋ ਜਿਹੜੇ ਬੱਚਿਆਂ ਨੇ ਤਾਂ ਥਿਊਰੀ ਕਰਨੀ ਹੈ ਭਾਈ, ਆਪਾਂ ਕਰ ਰਹੇ ਹਾਂ MCQ। ਜੇ ਕਿਸੇ ਬੱਚੇ ਨੇ ਥਿਊਰੀ ਕਰਨੀ ਹੈ, ਥਿਊਰੀ ਦੇ ਲੈਕਚਰ ਆਪਣੇ ਲੱਗੇ ਹੋਏ ਆ। ਠੀਕ ਹੈ, ਜਿਹੜੇ ਪੰਜਾਬ ਪੁਲਿਸ ਵਾਲੇ ਬੱਚਿਆਂ ਵਾਸਤੇ ਲਾਏ ਸੀ, ਪਟਵਾਰੀ ਵਾਲੇ ਬੱਚਿਆਂ ਵਾਸਤੇ ਲਾਏ ਸੀ, ਉਹ ਸੇਮ ਸਿਲੇਬਸ ਹੀ ਸਾਰਿਆਂ ਦਾ। ਤਾਂ ਥਿਊਰੀ ਦਾ ਤੁਸੀਂ ਉੱਥੋਂ ਜਾ ਕੇ ਪੜ੍ਹ ਸਕਦੇ ਹੋ। ਥਿਊਰੀ ਦੇ ਵਿੱਚ ਆਪਣੇ ਹਿਸਟਰੀ ਦੇ, ਪੋਲਿਟੀ ਦੇ, ਠੀਕ ਹੈ, ਅਤੇ ਆਪਣੀ ਜਿਹੜੀ ਪੁਰਾਤਨ ਹਿਸਟਰੀ ਸੀ ਉਹਦੇ ਸਾਰੇ ਲੈਕਚਰ ਲੱਗੇ ਹੋਏ ਆ। ਠੀਕ ਹੈ, ਜਿਹਨੇ ਬੱਚੇ ਥਿਊਰੀ ਦੇਖਣੀ ਹੈ ਥਿਊਰੀ ਦੇਖ ਸਕਦਾ। ਪਰ ਆਪਾਂ ਕਰ ਰਹੇ ਹੁਣ MCQ, ਕਿਉਂਕਿ ਆਪਾਂ ਹੁਣ ਕਰਨਾ ਸਮਾਰਟ ਵਰਕ। ਹੁਣ ਪੋਟਾਂ ਦੇ ਵਿੱਚ ਟਾਈਮ ਥੋੜ੍ਹਾ ਰਹਿ ਗਿਆ, ਤਾਂ ਕਰਕੇ ਇਸ ਤੋਂ ਪਹਿਲਾਂ ਕਿ ਭਰਤੀਆਂ ਆਪਣੀਆਂ ਸਿਰੇ ਚੜ੍ਹ ਜਾਣ। ਠੀਕ ਹੈ, ਚਲੋ ਚੱਲਦੇ ਆਪਾਂ ਪਹਿਲੇ ਪ੍ਰਸ਼ਨ 'ਤੇ। ਆਪਣੇ ਸੰਵਿਧਾਨ ਦੇ ਵਿੱਚ ਜੋ ਅਨੁਛੇਦ ਹਨ, ਅਨੁਛੇਦ ਦਾ ਮਤਲਬ ਹੁੰਦਾ ਆਰਟੀਕਲ। ਠੀਕ ਹੈ, ਹਨ ਇਹ ਆਪਾਂ ਕਿਸ ਦੇਸ਼ ਤੋਂ ਲਏ ਗਏ ਹੈ? ਸਾਰਾ ਕੁਝ ਦੇਖਿਆ, ਜਿਵੇਂ ਆਪਾਂ ਪ੍ਰਿੰਬਲ US ਤੋਂ ਲੈਤਾ ਹੈ, ਇੰਪੀਚਮੈਂਟ US ਤੋਂ ਲੈਤੀ ਹੈ। ਠੀਕ ਹੈ, ਅਤੇ ਹੋਰ ਦੇਸ਼ਾਂ ਤੋਂ, ਸਾਊਥ ਅਫਰੀਕਾ ਤੋਂ ਆਪਾਂ ਲੈਤਾ ਅਮੈਂਡਮੈਂਟ। ਇਸ ਤਰ੍ਹਾਂ ਨਾਲ ਅਲੱਗ-ਅਲੱਗ ਦੇਸ਼ਾਂ ਤੋਂ ਆਪਾਂ ਚੀਜ਼ਾਂ ਲੈਤੀਆਂ ਗਈਆਂ। ਠੀਕ ਹੈ, DPSP ਆਪਾਂ ਆਇਰਲੈਂਡ ਤੋਂ ਲੈਤੇ ਹੈ। ਤਾਂ ਇਸ ਤਰ੍ਹਾਂ ਨਾਲ ਕਹਿੰਦੇ ਜਿਹੜੇ ਆਪਣੇ ਆਰਟੀਕਲ ਹੈ, ਆਪਣੇ ਜਿਹੜੇ ਆਰਟੀਕਲ ਹੈ, ਇਹ ਆਪਾਂ ਕਿਤੋਂ ਲੈਤੇ ਆਰਟੀਕਲ? USA ਤੋਂ ਲੈਤੇ ਆ, ਆਇਰਲੈਂਡ ਤੋਂ ਲੈਤੇ ਆ, USSR ਤੋਂ ਲੈਤੇ ਕਿ ਜਾਪਾਨ ਤੋਂ ਲੈਤੇ ਆ? ਹੁਣ ਇੱਥੇ ਪੰਗਾ ਪੈਂਦਾ। ਅਤੇ ਜਿਹੜੇ ਆਪਣੇ ਆਰਟੀਕਲ ਆ ਭਾਈ, ਇਹ ਲੈਤੇ ਆਪਾਂ ਜਾਪਾਨ ਤੋਂ। ਠੀਕ ਹੈ, ਅਤੇ ਜਾਪਾਨ ਦੀ ਰਾਜਧਾਨੀ ਕੀ ਹੈ? ਟੋਕੀਓ। ਓਕੇ, ਜਾਪਾਨ ਤੋਂ ਲੈਤੇ ਆਪਾਂ ਸੰਵਿਧਾਨ ਦੇ ਅਨੁਛੇਦ। ਕਿੰਨੇ ਅਨੁਛੇਦ ਆ ਆਪਣੇ? 448 ਅਨੁਛੇਦ ਹੈ। ਠੀਕ ਹੈ, ਜਦੋਂ ਆਪਣਾ ਬਣਿਆ ਸੀ ਉਦੋਂ ਕਿੰਨੇ ਸੀ? 395। ਇਹ ਗੱਲ ਯਾਦ ਰੱਖਣੀ ਹੈ। ਇਹ 450 ਵੀ ਆਉਂਦੇ ਅੱਧੇ ਥਾਂ 'ਤੇ, ਤੁਸੀਂ ਸਰਚ ਕਰੋਗੇ 448 ਵੀ ਆਉਂਦੇ। 448 ਅਤੇ 450 ਜਿਹੜੀਆਂ ਕੋਈ ਨੇੜੇ ਹੈ, ਤਾਂ ਇਹ ਤੁਸੀਂ ਦੇਖ ਲੈਣੇ ਆ। ਲੋਕਪਾਲ ਦੇ ਦਫ਼ਤਰ ਦੇ ਵਿੱਚ ਕਿੰਨੇ ਮੈਂਬਰ ਹੁੰਦੇ ਹਨ? ਠੀਕ ਹੈ, ਲੋਕਪਾਲ ਜਿਹੜੇ ਦਫ਼ਤਰ ਹੈ ਉਹਦੇ ਵਿੱਚ ਵੱਧ ਤੋਂ ਵੱਧ ਮੈਂਬਰ ਕਿੰਨੇ ਹੋ ਸਕਦੇ ਆ? ਇਹ ਚੀਜ਼ ਸਮਝਣ ਵਾਲੀ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਲੋਕਪਾਲ ਹੁੰਦਾ ਕੀ ਹੈ। ਅੱਧੇ ਬੱਚਿਆਂ ਦਾ ਇਹ ਨਹੀਂ ਪਤਾ ਹੋਣਾ ਕਿ ਲੋਕਪਾਲ ਕੀ ਹੁੰਦਾ। ਦੇਖੋ, ਜੇ ਲੋਕਪਾਲ ਹੁੰਦਾ, ਇਹਦਾ ਕੰਮ ਹੁੰਦਾ ਭਾਈ, ਸਰਕਾਰ ਕਿਸੇ ਕੰਮ ਦੇ ਵਿੱਚ ਕੋਈ ਭ੍ਰਿਸ਼ਟਾਚਾਰ ਤਾਂ ਨਹੀਂ ਫੈਲਾ ਰਹੀ, ਕੋਈ ਪੈਸਿਆਂ ਦਾ ਘਪਲਾ ਤਾਂ ਨਹੀਂ ਹੋ ਰਿਹਾ, ਉਹਦੇ ਵਾਸਤੇ ਹੁੰਦਾ ਇਹ ਲੋਕਪਾਲ। ਪਰ ਲੋਕਪਾਲ ਦੀ ਪਾਵਰ ਆ ਜਿਹੜੇ ਟਾਈਮ 'ਚ ਡੱਕਾ ਨਹੀਂ ਹੈਗੀ। ਠੀਕ ਹੈ, ਲੋਕਪਾਲ ਨਾਲੋਂ ਵੱਧ ਪਾਵਰ ਤਾਂ ਮੇਰੀ ਹੋਊਗੀ। ਠੀਕ ਹੈ, ਇਹਦਾ ਬਸ ਸਿਰਫ ਇੱਕ ਨਾਂ ਦੇ ਵਜੋਂ ਆ ਕਿ ਭਾਈ ਜੇ ਕੋਈ ਭ੍ਰਿਸ਼ਟਾਚਾਰ ਕਰਦਾ, ਹੁਣ ਵਿਜੇ ਮਾਲੀਆ ਭੱਜਿਆ ਇੰਨੇ ਕਰੋੜ ਲੋਕਾਂ ਨਾਲ ਲੈ ਕੇ। ਠੀਕ ਹੈ, ਕਿਸੇ ਨੇ ਕੁਛ ਕਰਤਾ? ਕੁਛ ਨਹੀਂ ਕਰਿਆ ਨਾ। ਤਾਂ ਉਵੇਂ ਜਿਵੇਂ ਸਾਰੇ ਰਲੇ ਵੀ ਹੁੰਦੇ ਵਿੱਚ, ਬਸ ਇੱਕ ਨਾਮ ਅਗਰ ਲੋਕਪਾਲ ਦਾ, ਵਿਚਾਰੇ ਦਾ ਨਾਮ ਬਦਨਾਮ ਕਰ ਰਹੇ ਆ। ਅਤੇ ਆਪਣਾ ਲੋਕਪਾਲ ਹੈ ਕੌਣ ਅੱਜ ਦੇ ਟਾਈਮ ਦੇ ਵਿੱਚ? PC ਘੋਸ਼। ਕਿੰਨੇ ਮੈਂਬਰ ਹੁੰਦੇ ਇਹਦੇ ਵਿੱਚ? 8 ਹੁੰਦੇ ਆ, 5, 4 ਕਿ 2? ਤਾਂ ਇਹਦੇ ਵਿੱਚ ਭਾਈ ਹੁੰਦੇ ਆ 8 ਮੈਂਬਰ। ਇਹ ਗੱਲ ਯਾਦ ਰੱਖਣੀ ਹੈ। ਟੋਟਲ 8 ਮੈਂਬਰ ਹੁੰਦੇ ਆ। 8 ਮੈਂਬਰਾਂ ਦੇ ਵਿੱਚੋਂ 4 ਮੈਂਬਰ ਤਾਂ ਹੁੰਦੇ ਆ SC ਅਤੇ ST ਦੇ, ਅਤੇ ਜੇ 4 ਮੈਂਬਰ ਹੁੰਦੇ, ਇਹ ਹੁੰਦੇ ਆ ਸੁਪਰੀਮ ਕੋਰਟ ਦੇ ਰਿਟਾਇਰ ਜੱਜ। ਇਹ ਗੱਲ ਯਾਦ ਰੱਖੋ। ਠੀਕ ਹੈ, ਸੁਪਰੀਮ ਕੋਰਟ ਦੇ ਰਿਟਾਇਰ ਜੱਜ ਹੁੰਦੇ ਆ। ਅਤੇ ਲੋਕਪਾਲ ਦੀ ਉਮਰ ਕਿੰਨੀ ਹੁੰਦੀ ਹੈ? 70 ਸਾਲ। 70 ਸਾਲ ਇਹ ਰਿਟਾਇਰਮੈਂਟ ਏਜ ਹੁੰਦੀ ਹੈ। 70 ਸਾਲ ਤੋਂ ਬਾਅਦ ਉਹ ਰਿਟਾਇਰ ਕਰ ਦਿੱਤਾ ਜਾਂਦਾ ਹੈ ਲੋਕਪਾਲ ਨੂੰ। ਅਤੇ ਦੂਸਰੀ ਗੱਲ, ਇਹ ਜ਼ਿਆਦਾਤਰ 70 ਸਾਲ ਦੀ ਉਮਰ ਕਿਉਂ ਰੱਖੀ ਗਈ ਹੈ ਭਾਈ? ਕੀ ਫੰਡਾ ਇਹਦੇ ਮਗਰ? ਇਹ ਮਗਰ ਫੰਡਾ ਇਹ ਹੈ ਕਿ ਜ਼ਿਆਦਾਤਰ ਜਿਹੜੇ ਸੁਪਰੀਮ ਕੋਰਟ ਦੇ ਇਹਦੇ ਜੱਜ ਹੁੰਦੇ ਆ, ਇਹਦੇ ਮਤਲਬ ਲੋਕਪਾਲ ਦਫ਼ਤਰ ਦੇ ਵਿੱਚ ਮੈਂਬਰ ਹੁੰਦੇ ਆ ਜ਼ਿਆਦਾ, ਇਹ ਸੁਪਰੀਮ ਕੋਰਟ ਦੇ ਰਿਟਾਇਰ ਜੱਜ ਹੀ ਹੁੰਦੇ। ਅਤੇ ਸੁਪਰੀਮ ਕੋਰਟ ਦੇ ਰਿਟਾਇਰ ਜੱਜਾਂ ਦੀ ਉਮਰ ਕਿੰਨੀ ਹੁੰਦੀ ਹੈ? 65 ਸਾਲ। ਅਤੇ ਹਾਈ ਕੋਰਟ ਦੇ ਜੱਜ ਦੀ ਰਿਟਾਇਰਮੈਂਟ ਉਮਰ ਕਿੰਨੀ ਹੁੰਦੀ ਹੈ? 62 ਸਾਲ।
ਠੀਕ ਹੈ। ਤਾਂ 65 ਸਾਲ ਉਮਰ ਹੁੰਦੀ ਹੈ, ਇਹਦੇ ਪਾਸ 5 ਸਾਲ ਅਗਲਾ ਕਰ ਲੈਂਦਾ ਇੱਧਰ ਆ ਕੇ ਜੋਬ, ਅਤੇ 70 ਸਾਲ ਦੀ ਉਮਰ 'ਚ ਉਹਨੂੰ ਰਿਟਾਇਰਮੈਂਟ ਦੇ ਦਿੰਦੇ ਆ। ਹੁਣ ਪ੍ਰਸ਼ਨ ਇੱਕ ਹੋਰ ਬਣਦਾ ਹੁੰਦਾ ਕਿ ਇਹ ਲੋਕਪਾਲ ਹੁੰਦਾ, ਇਹਦਾ ਕਾਰਜਕਾਲ ਕਿੰਨਾ ਹੁੰਦਾ? ਇਹਦਾ ਕਾਰਜਕਾਲ ਹੁੰਦਾ ਗਾ 5 ਸਾਲ ਦਾ। ਠੀਕ ਹੈ ਜੀ। ਹੁਣ ਤਾਂ ਨਹੀਂ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੈਗੀ, ਤਾਂ 5 ਸਾਲ ਦਾ ਇਹਦਾ ਕਾਰਜਕਾਲ ਹੁੰਦਾ। ਇਹਨਾਂ ਵਿੱਚੋਂ ਕਿਹੜੀ ਸੰਸਥਾ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਦੀ ਹੈ? ਮੌਲਿਕ ਅਧਿਕਾਰ ਦੀ ਰੱਖਿਆ ਇਹਨਾਂ 'ਚੋਂ ਕਿਹੜੀ ਸਰਕਾਰ ਕਿਹੜੀ ਸੰਸਥਾ ਕਰਦੀ ਹੈ ਭਾਈ, ਦੱਸੋ? ਜਿਹੜੇ ਆਪਣੇ ਮੌਲਿਕ ਅਧਿਕਾਰ ਹੁੰਦੇ ਆ, ਫੰਡਾਮੈਂਟਲ ਰਾਈਟ ਹੁੰਦੇ ਆ, ਰੂਲਿੰਗ ਪਾਰਟੀ, ਜੁਡੀਸ਼ਰੀ, ਪਾਰਲੀਮੈਂਟ ਕਿ ਆਲ ਆਫ ਅਬਵ। ਤਾਂ ਜਿੱਥੇ ਵੀ ਕਿਤੇ ਗੱਲ ਕਾਹਦੀ ਆ ਗਈ, ਮੌਲਿਕ ਅਧਿਕਾਰਾਂ ਦੀ ਆ ਗਈ, ਤਾਂ ਇਹ ਕਰਦੀ ਆਪਣੀ ਜੁਡੀਸ਼ਰੀ। ਜੁਡੀਸ਼ਰੀ ਕੀ ਹੁੰਦੀ ਹੈ? ਨਿਆਂਪਾਲਿਕਾ। ਜਿਵੇਂ ਸੁਪਰੀਮ ਕੋਰਟ ਹੋ ਗਈ, ਹਾਈ ਕੋਰਟ ਹੋ ਗਈ, ਇਹ ਕੋਰਟਾਂ ਹੋ ਗਈਆਂ। ਠੀਕ ਹੈ। ਇਹ ਕੀ ਕਰਦੀਆਂ? ਇਹ ਆਰਟੀਕਲ 32 ਦੇ ਤਹਿਤ ਜੇਕਰ ਕੋਈ ਬੰਦਾ ਫੰਡਾਮੈਂਟਲ ਰਾਈਟ ਨੂੰ ਨਹੀਂ ਮੰਨਦਾ ਤਾਂ ਆਰਟੀਕਲ 32 ਦੇ ਤਹਿਤ ਉਹਦੇ ਰਿਟ ਜਾਰੀ ਕੀਤੀ ਜਾਂਦੀ ਹੈ। ਠੀਕ ਹੈ। ਰਿਟਾਂ ਤੁਹਾਨੂੰ ਕਰਵਾਈਆਂ ਹੋਈਆਂ, 5 ਰਿਟਾਂ ਆਪਣੀਆਂ, ਸਾਰਾ ਕੁਛ ਕਰਵਾਇਆ ਹੋ ਡਿਟੇਲ 'ਚ। ਜਿਹੜੇ ਬੱਚੇ ਨਹੀਂ ਦੇਖਿਆ ਤਾਂ ਪਹਿਲਾਂ ਦੀਆਂ ਵੀਡੀਓ ਦੇਖ ਸਕਦਾ ਆਪਣੀਆਂ। ਠੀਕ ਹੈ। ਤਾਂ ਇਹ ਕੀ ਹੈ ਭਾਈ? ਜੁਡੀਸ਼ਰੀ ਇਹਨੂੰ ਕੀ ਕਰਦੀ? ਆਪਣੇ ਮੌਲਿਕ ਅਧਿਕਾਰ ਹੁੰਦੇ, ਜਿਹੜੇ ਫੰਡਾਮੈਂਟਲ ਰਾਈਟ ਹੁੰਦੇ ਆ, ਉਹਨੂੰ ਉਹ ਕਰਦੀ ਹੈ, ਰੱਖਿਆ ਕਰਦੀ ਹੈ। ਕਿੰਨੇ ਫੰਡਾਮੈਂਟਲ ਰਾਈਟ ਆਪਣੇ? ਪਹਿਲਾਂ ਹੁੰਦੇ ਸੀ 7, ਹੁਣ ਕਿੰਨੇ ਨੇ? 6। ਕਿਹੜਾ ਵਿੱਚੋਂ ਕੱਢਤਾ? ਰਾਈਟ ਟੂ ਪ੍ਰੋਪਰਟੀ ਸੀ ਜਿਹੜਾ ਬੱਚਿਓ, ਉਹ ਇਹਨਾਂ ਨੇ ਆਪਣੇ ਫੰਡਾਮੈਂਟਲ ਰਾਈਟ ਦੇ ਵਿੱਚੋਂ ਡਿਲੀਟ ਕਰਤਾ। ਠੀਕ ਹੈ। ਕਿਉਂਕਿ ਕੇਸ਼ਵ ਭਾਰਤੀ ਵਾਲਾ ਕੇਸ ਹੋ ਗਿਆ ਸੀ, ਹੋਰ ਵੀ ਬਹੁਤ ਕੰਮ ਹੋ ਗਏ ਸੀ। ਇਹ ਕਿਹੜੇ ਆਰਟੀਕਲ 'ਚ ਆਉਂਦਾ ਹੁੰਦਾ ਸੀ? ਪਹਿਲਾਂ ਆਰਟੀਕਲ 31 'ਚ ਆਉਂਦਾ ਹੁੰਦਾ ਸੀ, ਰਾਈਟ ਟੂ ਪ੍ਰੋਪਰਟੀ। ਹੁਣ ਇਹ ਕਿਹੜਾ ਰਾਈਟ ਬਣਾਤਾ? ਲੀਗਲ ਰਾਈਟ ਬਣਾਤਾ। ਹੁਣ ਇਹ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ? 300A ਆਰਟੀਕਲ ਦੇ ਵਿੱਚ ਆਉਂਦਾ। ਓਕੇ। ਤੇ ਇਹਦਾ ਆਨਸਰ ਆ ਗਿਆ B। CDS ਵੈਰੀ ਵੈਰੀ ਇੰਪੋਰਟੈਂਟ। ਰਾਬਤਾ ਆਪਣਾ ਭਾਈ ਵਿਪਨ ਰਾਵਤ। CDS ਆਪਣੀ CDS ਦੀ ਫੁੱਲ ਫਾਰਮ ਹੈ ਚੀਫ ਆਫ ਡਿਫੈਂਸ ਸਟਾਫ। ਦੀ ਰਿਟਾਇਰਮੈਂਟ ਏਜ ਕਿੰਨੀ ਹੁੰਦੀ ਹੈ? 60 ਸਾਲ, 62 ਸਾਲ, 65 ਸਾਲ ਕਿ 70 ਸਾਲ? ਦੱਸੋ ਜੀ ਕਿੰਨੀ ਉਮਰ ਹੁੰਦੀ ਹੈ? ਇਹਦੀ ਹੈਗਾ ਆਪਸ਼ਨ ਨੰਬਰ C ਹੈ, ਬਿਲਕੁਲ ਸਹੀ ਆਨਸਰ ਹੈ। 65 ਸਾਲ ਉਮਰ ਹੁੰਦੀ ਹੈ। ਓਕੇ। ਰਾਸ਼ਟਰਪਤੀ ਦੀ ਇਲੈਕਸ਼ਨ ਕਰਵਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ? ਰਾਸ਼ਟਰਪਤੀ, ਪ੍ਰੈਜ਼ੀਡੈਂਟ ਦੇ ਇਲੈਕਸ਼ਨ ਹੁੰਦੇ ਹੈ। ਕੌਣ ਵੋਟ ਪਾਉਂਦਾ? ਇਲੈਕਟਡ ਮੈਂਬਰ ਆਫ ਬੋਥ ਹਾਊਸ, ਪਾਰਲੀਮੈਂਟ ਐਂਡ ਰਾਜ ਸਭਾ। ਠੀਕ ਹੈ। ਐਂਡ ਸਟੇਟ ਲੈਜਿਸਲੇਚਰ। ਇਹ ਸਾਰੇ ਕੀ ਕਰਦੇ ਨੇ? ਵੋਟਾਂ ਪਾਉਂਦੇ ਆ ਪ੍ਰੈਜ਼ੀਡੈਂਟ ਨੂੰ। ਪ੍ਰੈਜ਼ੀਡੈਂਟ ਦਾ ਕਿਹੜੇ ਆਰਟੀਕਲ ਦੇ ਵਿੱਚ? ਆਰਟੀਕਲ 52 ਦੇ ਵਿੱਚ ਦੱਸਿਆ ਗਿਆ ਕਿ ਆਪਣਾ ਇੱਕ ਪ੍ਰੈਜ਼ੀਡੈਂਟ ਹੋਊਗਾ। ਅਤੇ ਆਰਟੀਕਲ 72 ਦੇ ਵਿੱਚ ਦੱਸਿਆ ਹੋਇਆ ਕਿ ਸ਼ਕਤੀਆਂ ਬਾਰੇ, ਕਿ ਪਾਰਡਨ ਸ਼ਕਤੀ ਬਾਰੇ। ਪਾਰਡਨ ਸ਼ਕਤੀ ਕੀ ਹੁੰਦੀ ਹੈ? ਕਿ ਇਹ ਕਿਸੇ ਨੂੰ ਮਾਫ ਵੀ ਕਰ ਸਕਦਾ, ਕਿਸੇ ਸਜ਼ਾ ਨੂੰ ਵੀ। ਠੀਕ ਹੈ। 2 ਆਰਟੀਕਲ ਮੇਨ ਯਾਦ ਕਰ ਲਓ। ਅਤੇ ਰਾਸ਼ਟਰਪਤੀ ਇਲੈਕਸ਼ਨ ਕੌਣ ਕਰਵਾਉਂਦਾ? ਇਲੈਕਸ਼ਨ ਕਮਿਸ਼ਨ, ਜਿਹਨੂੰ ਆਪਾਂ EC ਕਹਿ ਦਿੰਦੇ ਹਾਂ। UPSC, ਯੂਨੀਅਨ ਪਬਲਿਕ ਸਰਵਿਸ, ਜਿਹੜੇ ਆਪਣੇ IAS ਹੁੰਦੇ, IPS ਹੁੰਦੇ, ਉਹ ਕਰਵਾਉਂਦੇ ਆ ਕਹਿੰਦੇ। ਜਾਂ ਸਟੇਟ PS ਕਰਾਉਂਦਾ? ਨਨ ਆਫ ਦੀਸ। ਦੇਖੋ ਆਹ ਤਾਂ ਕਰਵਾਈ ਨਹੀਂ ਸਕਦੇ, ਸਟੇਟ PCSC ਦਾ ਪਾਵਰ ਹੀ ਨਹੀਂ ਹੈਗੀ, ਨਾ UPSC ਦੀ ਪਾਵਰ ਹੈ। ਤਾਂ ਇਹ ਸਿਰਫ ਅਤੇ ਸਿਰਫ ਕੌਣ ਕਰਵਾਊਗਾ? ਇਲੈਕਸ਼ਨ ਕਮਿਸ਼ਨ ਕਰਵਾਊਗਾ। ਇਹ ਗੱਲ ਯਾਦ ਰੱਖਣੀ ਹੈ। ਗਵਰਨਰ ਦੀ ਉਮਰ ਹੱਦ ਦੀ ਰਿਟਾਇਰਮੈਂਟ ਕਿੰਨੀ ਹੁੰਦੀ ਹੈ? ਗਵਰਨਰ ਹੈ ਜਿਹੜਾ ਆਪਣਾ ਸਟੇਟ ਦਾ ਗਵਰਨਰ ਹੁੰਦਾ, ਤਾਂ ਇਹਦੀ ਰਿਟਾਇਰਮੈਂਟ ਏਜ ਕਿੰਨੀ ਹੁੰਦੀ ਹੈ? 60 ਸਾਲ, 62 ਸਾਲ, 65 ਸਾਲ ਕਿ ਨਨ ਆਫ ਦੀਸ? ਤਾਂ ਇਹਦਾ ਸਹੀ ਆਨਸਰ ਹੈਗਾ ਭਾਈ ਗਵਰਨਰ ਹੋ ਗਿਆ, ਰਾਸ਼ਟਰਪਤੀ ਹੋ ਗਿਆ, ਕੋਈ ਵੀ ਪੋਲੀਟੀਸ਼ੀਅਨ ਹੋ ਗਿਆ, ਉਹਨਾਂ ਵਿੱਚੋਂ ਕਿਸੇ ਦੀ ਰਿਟਾਇਰਮੈਂਟ ਏਜ ਨਹੀਂ ਹੁੰਦੀ, ਨਾ ਹੀ ਕੋਈ ਇਹਨਾਂ ਦੀ ਕੁਆਲੀਫਿਕੇਸ਼ਨ ਹੁੰਦੀ ਹੈ। ਭਾਵੇਂ ਅਨਪੜ੍ਹ ਵੀ ਖੜਾ ਹੋ ਸਕਦਾ, ਪਰ ਜ਼ਿਆਦਾ ਅਨਪੜ੍ਹ ਹੀ ਹੁੰਦੇ ਆ। ਅਤੇ ਰੌਲਾ ਕਿੱਥੇ ਪੈਂਦਾ? ਰੌਲਾ ਪੈਂਦਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਆਪਾਂ ਇਹ ਕੰਮ ਦੇ ਵਿੱਚ ਹਿੱਸਾ ਨਹੀਂ ਲੈਂਦੇ। ਆਪਾਂ ਕਹਿੰਦੇ ਹਾਂ ਰਾਜਨੀਤੀ ਗੰਦ ਹੈ, ਰਾਜਨੀਤੀ ਆਏ ਹੈ, ਪਰ ਜਿੰਨਾ ਚਿਰ ਆਪਾਂ ਗੰਦ ਦੇ ਵਿੱਚ ਵੜਦੇ ਨਹੀਂ, ਉਹਨਾਂ ਚਿਰ ਗੰਦ ਸਾਫ਼ ਵੀ ਨਹੀਂ ਹੁੰਦਾ। ਠੀਕ ਹੈ। ਆਪਾਂ ਨੂੰ ਇਹ ਹੁੰਦਾ ਕੋਈ ਚੱਕਰ ਨਹੀਂ ਯਾਰ, ਆਪਾਂ ਨੌਕਰੀ ਲੈ ਲਈਏ 10-15 ਹਜ਼ਾਰ ਵਾਲੀ, ਆਪਾਂ ਕੀ ਲੈਣਾ ਦੁਨੀਆ ਤੋਂ, ਇਹੀ ਚੱਕਰ ਚੱਲਦਾ। ਠੀਕ ਹੈ। ਕੋਈ ਮਾੜਾ ਜਿਹਾ ਕੋਈ MLA ਜੀ ਨਾਲ ਦੀਆਂ ਫੋਟੋਆਂ ਸੈਲਫੀਆਂ ਖਿੱਚ ਕੇ ਨੈੱਟ 'ਤੇ ਪਾਉਣ ਲੱਗ ਜਾਂਦੇ ਹੋ। ਇਹ ਆਪਣੀ ਮਾਨਸਿਕਤਾ ਇਹਨਾਂ ਨੇ ਇੱਥੇ ਲਿਆਤੀ। ਆਪਾਂ ਨੂੰ ਐਂ ਲੱਗਦਾ ਕਿ ਜੇ ਕੋਈ MLA ਉਹ ਪਤਾ ਨਹੀਂ ਕਿੱਡਾ ਕੁ ਵੱਡਾ ਬੰਦਾ, ਜੇ ਕੋਈ MP ਉਹ ਪਤਾ ਨਹੀਂ ਕੀ ਚੀਜ਼। ਆਪਾਂ ਹੂਆ ਬਣਾਈ ਬੈਠੇ ਉਹਦੇ ਦਿਮਾਗ ਦੇ ਵਿੱਚ ਇੱਕ। ਇਹ ਅਨਪੜ੍ਹਤਾ ਆਪਣੀ। ਮਾੜਾ ਜਿਹਾ ਕੋਈ MLA ਜੀ ਨਾਲ ਫੋਟੋ ਖਿੱਚ ਕੇ ਚਲੋ ਜੀ ਨੈੱਟ 'ਤੇ ਪਾ ਦਿੰਦੇ ਨਾਲ ਦੇਖੋ ਵਿਦ MLA ਸਾਹਿਬ, ਅਤੇ MLA ਸਾਹਿਬ ਦਾ ਮੂੰਹ ਹੋਰ ਪਾਸੇ ਹੁੰਦਾ, ਅਤੇ ਆਪਾਂ ਮੋਬਾਇਲ ਬਣੀ ਝੱਕ ਜਾਂਦੇ ਹੁੰਦੇ ਹਾਂ। ਅਤੇ ਆਪਾਂ ਤੋਂ ਜੇ ਕੱਲ੍ਹ ਨੂੰ ਆਧਾਰ ਕਾਰਡ ਦੇ ਵਿੱਚ ਨਾਂ ਗਲਤ ਹੋ ਜਾਏ, ਉਹ ਵੀ ਨਹੀਂ ਆਪਣੀ ਕਰਵਾਇਆ ਜਾਂਦਾ ਸਹੀ ਆਪਾਂ ਤੋਂ, ਫੋਟੋਆਂ ਪਾਉਣ ਵਾਲਿਆਂ ਤੋਂ। ਠੀਕ ਹੈ। ਆਪਦੀ ਜ਼ਿੰਮੇਵਾਰੀ ਸਮਝੋ ਭਾਈ ਇਹ ਚੀਜ਼ਾਂ ਦੀ। ਠੀਕ ਹੈ। ਮੈਨੂੰ ਲੱਗਦਾ ਕਿ ਮੈਨੂੰ MLA ਖੜ੍ਹਾ ਹੋਣਾ ਪਊਗਾ, ਤੁਸੀਂ ਨਹੀਂ ਕੰਮ ਕਰਦੇ ਕੋਈ ਇਹੋ ਜਿਹਾ। ਠੀਕ ਹੈ। ਅਤੇ ਗਵਰਨਰ ਦੀ ਉਮਰ ਹੱਦ ਦੀ ਰਿਟਾਇਰਮੈਂਟ ਕਿੰਨੀ ਹੁੰਦੀ ਹੈ? ਕੋਈ ਲਿਮਟ ਨਹੀਂ ਭਾਈ। ਦੇਖ ਲਓ ਕੀ ਚੱਕਰ ਹੈਗਾ, ਕੋਈ ਰਿਟਾਇਰਮੈਂਟ ਉਮਰ ਹੀ ਨਹੀਂ ਇਹਨਾਂ ਦੀ। ਭਾਵੇਂ ਕੋਈ ਬੁੜਾ ਹੋ ਜਾਏ ਤਾਂ ਵੀ ਹੋ ਸਕਦਾ, ਕੋਈ ਕੁਆਲੀਫਿਕੇਸ਼ਨ ਨਹੀਂ। ਆਪਣੇ ਦੇਖਿਆ ਸੀ ਅਨਪੜ੍ਹ ਬੰਦੇ ਸਿੱਖਿਆ ਮੰਤਰੀ ਬਣਾਏ ਪਏ ਸੀ ਆਪਣੇ, ਤਾਂ ਕੋਈ ਉਮਰ ਨਹੀਂ ਹੁੰਦੀ ਭਾਈ।
देयर आर हाउ मैनी वर्ड इंडियन कॉन्स्टिट्यूशन, भारती संविधान ਦੇ ਵਿੱਚ ਕਿੰਨੇ ਸ਼ਬਦ ਹਨ? ਕਿੰਨੇ ਸ਼ਬਦ ਆ ਭਾਈ? ਤਾਂ ਇਹਦਾ ਆਨਸਰ ਹੈਗਾ ਆਪਣਾ ਏ ਨੰਬਰ ਆਪਸ਼ਨ, ਨਹੀਂ ਡੀ ਨੰਬਰ ਆਪਸ਼ਨ, 11, 73, 69 ਸ਼ਬਦ ਹੈ। ਇਹ ਗੱਲ ਯਾਦ ਰੱਖਣੀ ਹੈ। ਹੂ ਡਿਜ਼ਾਈਨ ਰਾਸ਼ਟਰਪਤੀ ਭਵਨ, ਵੈਰੀ ਇੰਪੋਰਟੈਂਟ। ਜਿਹੜਾ ਰਾਸ਼ਟਰਪਤੀ ਭਵਨ ਹੈ ਇਹ ਆਪਣਾ ਕਿਹਨੇ ਡਿਜ਼ਾਈਨ ਕੀਤਾ ਸੀ? ਡੇਵਿਡ ਸਲੇਮੈਂਟ, ਮਾਈਕਲ ਐਡਵਿਨ। ਤਾਂ ਇਹ ਡਿਜ਼ਾਈਨ ਕੀਤਾ ਸੀ ਐਡਵਨ ਲੁਟੀਅਨ ਨੇ, ਡਿਜ਼ਾਈਨ ਕਰਿਆ ਸੀ ਇਹ ਡੀ ਨੰਬਰ ਆਪਸ਼ਨ। ਅਤੇ ਇੱਕ ਕੰਪੀਟੀਸ਼ਨ ਬੜਾ ਪੁੱਛਿਆ ਗਿਆ ਪੇਪਰ ਦੇ ਵਿੱਚ, ਇਹ SSSB ਨੇ ਵੀ ਪੁੱਛਣਾ ਅਤੇ ਇਹ FCA ਦੇ ਵਿੱਚ ਵੀ ਪੁੱਛਿਆ ਜਾਣਾ ਪੇਪਰ 'ਚ। ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਇਹ। ਕਹਿੰਦੇ ਰਸੀਨਾ, ਇਹ ਜਿਹੜਾ ਇਹ ਜਗ੍ਹਾ 'ਤੇ ਰਾਸ਼ਟਰਪਤੀ ਭਵਨ ਕਿੱਥੇ ਬਣਿਆ ਹੋਇਆ, ਇਹ ਕਿਹੜੀ ਜਗ੍ਹਾ ਆਉਂਦੀ ਹੈ? ਇਹ ਰਸੀਨਾ ਹਿੱਲ ਦੇ ਵਿੱਚ ਬਣਿਆ ਹੋਇਆ ਵਿੱਚ। ਇਹ ਗੱਲ ਯਾਦ ਰੱਖਣੀ, ਕਿਹੜੀ ਹਿਲਸ ਦੇ ਵਿੱਚ? ਰਸੀਨਾ ਹਿਲਸ, ਜਿਹੜੀਆਂ ਰਸੀਲਾ ਪਹਾੜੀਆਂ ਹੈਗੀਆਂ ਉਹਨਾਂ ਦੇ ਵਿੱਚ ਇਹ ਕੀ ਹੋਇਆ ਹੈਗਾ, ਰਾਸ਼ਟਰਪਤੀ ਭਵਨ ਉੱਥੇ ਬਣਾਇਆ ਗਿਆ ਹੈਗਾ। ਠੀਕ ਹੈ। ਅਤੇ ਕਿਹੜੀ ਰੇਂਜ ਦੇ ਵਿੱਚ ਆਉਂਦਾ ਰਸੀਨਾ ਹਿਲਸ? ਇਹ ਆਉਂਦੀਆਂ ਸ਼ਿਵਾਲਿਕ ਰੇਂਜ ਦੇ ਵਿੱਚ। ਇੱਥੋਂ ਪ੍ਰਸ਼ਨ ਪੁੱਛਿਆ ਜਾਣਾ ਕਿ ਰਸੀਨਾ ਹਿਲਸ ਕਿਹਦੇ 'ਚ ਆਉਂਦੀਆਂ? ਸ਼ਿਵਾਲਿਕ ਰੇਂਜ ਦੇ ਵਿੱਚ। ਅਤੇ ਰਾਸ਼ਟਰਪਤੀ ਭਵਨ ਕਿੱਥੇ ਬਣਿਆ ਹੋਇਆ? ਰਸੀਨਾ ਹਿਲਸ ਦੇ ਵਿੱਚ। ਇਹ ਗੱਲ ਯਾਦ ਰੱਖਣੀ, ਪਹਿਲੀ ਵਾਰ ਚੀਜ਼ ਪੜ੍ਹ ਰਹੇ ਹੋਣਗੇ ਵਿੱਚ ਬਹੁਤ ਬੱਚੇ। ਠੀਕ ਹੈ। ਇਸ ਤਰ੍ਹਾਂ MCQ ਕਰੇ ਦਾ ਫਾਇਦਾ ਹੁੰਦਾ ਹੈ। MCQ ਦੇ ਵਿੱਚ ਇਹਨਾਂ ਦਾ ਥਿਊਰੀ ਕਵਰ ਹੋ ਜਾਂਦੀ ਹੈ, ਨਾਲੇ ਆਪਣੇ MCQ ਕਵਰ ਹੋ ਜਾਂਦੇ ਆ। ਹੁਣ ਆਪਾਂ ਕੀ ਕਰਦੇ, ਪਹਿਲਾਂ ਜਦੋਂ ਆਪਾਂ ਥਿਊਰੀ ਕਵਰ ਕਰਦੇ ਉਦੋਂ ਬੰਦੇ MCQ ਭੁੱਲ ਜਾਂਦੇ। ਠੀਕ ਹੈ। ਆਪਾਂ MCQ ਇੰਨੀ ਡਿਟੇਲ ਦੇ ਵਿੱਚ ਕਰ ਦੇਣੇ ਆ ਕਿ ਤੁਹਾਨੂੰ ਕੋਈ ਟੈਨਸ਼ਨ ਹੀ ਨਾ ਹੋਵੇ। ਠੀਕ ਹੈ। ਕਿਉਂਕਿ ਹੁਣ ਪੇਪਰ ਛੇਤੀ ਜੇ ਆਪਾਂ ਥਿਊਰੀਆਂ ਦੇ ਚੱਕਰਾਂ 'ਚ ਪੈ ਗਏ ਤਾਂ ਆਪਾਂ ਉੱਥੇ ਉਲਝ ਜਾਂਗੇ। ਆਪਾਂ ਘੱਟੋ ਘੱਟ ਉਹਦੇ ਨੂੰ 2000 MCQ ਘੱਟੋ ਘੱਟ ਕਰੀਏ। ਕੋਈ ਵੀ ਵਿਅਕਤੀ ਕਿੰਨੀ ਵਾਰ ਭਾਰਤ ਦਾ ਰਾਸ਼ਟਰਪਤੀ ਬਣ ਸਕਦਾ ਹੈ? 2 ਵਾਰ, 4 ਵਾਰ, 1 ਵਾਰ ਕਿ ਨਨ ਆਫ ਦਿਸ। ਕੋਈ ਲਿਮਟ ਨਹੀਂ ਹੈਗੀ। UPSC ਦਾ ਪੇਪਰ ਦੇਣਾ, IAS ਦਾ ਪੇਪਰ, PC, ਇਹ 'ਚ ਲਿਮਟ ਹੈ ਕਿ ਭਾਈ 4 ਤੋਂ ਵੱਧ ਵਾਰੀ ਤੁਸੀਂ ਅਟੈਂਪਟ ਨਹੀਂ ਕਰ ਸਕਦੇ। ਪਰ ਇਹਨਾਂ ਦੀ ਕੋਈ ਚੱਕਰ ਹੀ ਨਹੀਂ ਹੈਗਾ। ਇੱਕ ਬੰਦੇ ਲੱਗਿਆ ਪਿਆ, ਬਸ ਗਲਤੀਆਂ ਤਾਂ ਉੱਥੇ ਉਹੀ ਗੱਲ ਆ ਜਾਂਦੀ, ਗਲਤੀਆਂ ਤਾਂ ਆਪਣੀਆਂ ਨਾ। ਰਾਸ਼ਟਰਪਤੀ ਬਣਨ ਲਈ ਕੋਈ ਸੀਮਾ ਨਹੀਂ। ਕੋਈ ਵੀ ਪੋਲੀਟੀਸ਼ਨ ਹੈ, ਕੋਈ ਵੀ ਰਾਸ਼ਟਰਪਤੀ ਹੈ, ਉਪ ਰਾਸ਼ਟਰਪਤੀ ਹੈ, ਪ੍ਰਧਾਨ ਮੰਤਰੀ ਹੈ, ਮੁੱਖ ਮੰਤਰੀ ਹੈ, ਜਿੰਨੇ ਵਾਰੀ ਮਰਜ਼ੀ ਖੜਾ ਹੋ ਸਕਦਾ, ਜਿੰਨੇ ਵਾਰੀ ਉਹਦਾ ਦਿਲ ਹੈਗਾ। ਠੀਕ ਹੈ। ਇਹ ਸਾਰੇ ਕਾਨੂੰਨ ਹਨ ਜਿਹੜੇ ਆਮ ਲੋਕਾਂ ਦੇ ਲਾਗੂ ਹੁੰਦੇ ਆ। ਭਾਰਤ ਦਾ ਇਲੈਕਸ਼ਨ, ਰਾਸ਼ਟਰਪਤੀ ਦਾ ਇਲੈਕਸ਼ਨ ਕਰਵਾਉਣ ਲਈ ਕਿੰਨੀ ਫੀਸ ਭਰਨੀ ਪੈਂਦੀ ਹੈ? ਮੰਨ ਲਓ ਮੈਂ ਰਾਸ਼ਟਰਪਤੀ ਖੜਾ ਹੋਣਾ ਹੈ ਤਾਂ ਮੈਨੂੰ ਕਿੰਨੀ ਫੀਸ ਭਰਨੀ ਪਊਗੀ? ਤਾਂ ਮੈਨੂੰ ਭਾਈ ਭਰਨੀ ਪਊਗੀ, ਆਪਾਂ ਕਹਿੰਦੇ ਜਿਹੜੇ ਜ਼ਮਾਨਤ ਭਰ ਗਏ, ਆਪਾਂ ਜ਼ਮਾਨਤ ਭਰ ਕੇ ਆਉਣੇ ਅੱਜ ਵੋਟਾਂ 'ਚ ਖੜਾ ਹੋਣਾ ਆਪਾਂ, ਤਾਂ 15,000, 10,000, 5,000 ਕਿ 20,000। ਤਾਂ ਇਹਦੀ ਫੀਸ ਹੁੰਦੀ ਹੈ ਭਾਈ 15,000। ਠੀਕ ਹੈ। 15,000 ਫੀਸ ਹੁੰਦੀ ਹੈ ਕਿਹਦੀ? ਰਾਸ਼ਟਰਪਤੀ ਦੀ ਇਲੈਕਸ਼ਨ ਲੜਨ ਵਾਸਤੇ। ਭਾਵੇਂ ਤੁਸੀਂ ਲੜ ਸਕਦੇ ਹੋ ਰਾਸ਼ਟਰਪਤੀ ਦੀ ਇਲੈਕਸ਼ਨ, ਪਰ ਤੁਹਾਡੀ ਉਮਰ 35 ਸਾਲ ਹੋਣੀ ਚਾਹੀਦੀ ਹੈ ਘੱਟੋ ਘੱਟ। ਅਤੇ ਹੁਣ ਆਪਾਂ ਵਗ ਗਏ ਭਾਈ ਰਾਸ਼ਟਰਪਤੀ ਦੀ ਇਲੈਕਸ਼ਨ ਲੜਨ ਵਾਸਤੇ, ਉੱਥੇ ਆਪਾਂ ਭਰਤਾ 15,000 ਰੁਪਈਆ। ਠੀਕ ਹੈ। ਹੁਣ ਇਹ 15,000 ਰੁਪਈਆ ਤੁਹਾਡਾ ਮੁੜ ਸਕਦਾ ਹੈਗਾ, ਵਾਪਸ ਵੀ ਆ ਜਾਊਗਾ, ਮੁੜ ਵੀ ਸਕਦਾ ਇਹ 15,000 ਰੁਪਈਆ। ਉਹ ਕਿਵੇਂ ਮੁੜ ਸਕਦਾ? ਜੇ ਤੁਸੀਂ ਵੋਟਾਂ ਦਾ 1/6 ਹਿੱਸਾ ਲੈ ਜਾਂਦੇ ਹੋ। ਠੀਕ ਹੈ। ਮਤਲਬ 100 ਵੋਟ ਹੈ, ਮੈਂ ਕਿਤੇ ਖੜਾ ਹੋ ਗਿਆ ਅਤੇ 100 ਵੋਟ ਹੈ, 100 ਦਾ 1/6 ਹਿੱਸਾ ਕਿੰਨਾ ਹੋ ਗਿਆ? 1 ਛਿਕਾ ਛਿਕਾ ਛਿਕਮ ਛਿਕਮ 36 ਛਿਕਮ ਛਿਕਮ। ਜੇ ਮੈਂ 16.6% ਹਿੱਸਾ ਵੋਟਾਂ ਦਾ ਲੈ ਗਿਆ ਫਿਰ ਤਾਂ ਮੇਰਾ 15,000 ਵਾਪਸ ਆ ਜਾਊਗਾ। ਜੇ ਮੈਂ ਇੰਨੀਆਂ ਵੋਟਾਂ ਨਾ ਲੈ ਕੇ, ਇਹ ਤੋਂ ਵੀ ਘੱਟ ਵੋਟਾਂ ਰਹਿ ਗਈਆਂ, ਮੇਰੀਆਂ 6ਵੇਂ ਹਿੱਸੇ ਤੋਂ ਵੀ ਘੱਟ ਵੋਟਾਂ ਰਹਿ ਗਈਆਂ, ਤਾਂ ਮੇਰੀ ਕੀ ਕਰਨਗੇ? ਜ਼ਮਾਨਤ ਹੈ ਜਿਹੜੀ ਉਹ ਜ਼ਬਤ ਕਰ ਲੈਣਗੇ। ਜਿਹੜੀ ਜ਼ਮਾਨਤ ਭਰੀ ਹੁੰਦੀ ਹੈ ਮੇਰਾ 15,000 ਰੁਪਏ ਉਹ ਰੱਖ ਲੈਣਗੇ ਆਪਦੇ ਕੋਲੇ। ਠੀਕ ਹੈ। ਇਹ ਹੁੰਦੀ ਆ ਆਪਣੇ ਵਿੱਚ, ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਨਾ ਜ਼ਮਾਨਤ ਜ਼ਬਤ ਹੋ ਗਈ। ਜ਼ਮਾਨਤ ਜ਼ਬਤ ਹੋਣ ਨੂੰ ਕਿਹੜਾ ਉਹ ਕਿ ਕਤਲ ਕਰਕੇ ਆਇਆ ਸੀ, ਕੋਈ ਜ਼ਮਾਨਤ ਭਰਨੀ ਹੁੰਦੀ, ਉਹਨੂੰ ਵੀ ਜ਼ਮਾਨਤ ਕਹਿ ਦਿੰਦੇ ਆ। ਉਹ ਨਹੀਂ ਹੈਗਾ ਗੀਤਾਂ ਦੀ ਜ਼ਮਾਨਤ ਚੱਲੀ ਜਾਂਦੇ ਹੋ, ਕਿਉਂ ਅੱਤ ਚੱਕੀ ਫਿਰਦਾ ਵੇ, ਕੱਲ੍ਹ ਜ਼ਮਾਨਤ ਹੋਈ ਵੇ, ਗੀਤ ਨਹੀਂ ਹੈਗਾ ਉਹ ਜ਼ਮਾਨਤ ਨਹੀਂ ਹੁੰਦੀ। ਇਹ ਜ਼ਮਾਨਤ ਹੋਰ ਹੁੰਦੀ ਹੈ, ਉਹ ਜ਼ਮਾਨਤ ਹੋਰ ਹੁੰਦੀ ਹੈ। ਠੀਕ ਹੈ। ਆਪਾਂ ਕਹਿੰਦੇ ਜ਼ਮਾਨਤ ਫਲਾਣੇ ਦਾ ਜ਼ਮਾਨਤ ਹੀ ਜ਼ਬਤ ਹੋ ਗਈ, ਉਹ ਜ਼ਮਾਨਤ ਜ਼ਬਤ ਹੋਣ ਦਾ ਮਤਲਬ ਇਹੀ ਹੁੰਦਾ ਕਿ ਉਹਨੂੰ ਵੋਟਾਂ ਬਹੁਤ ਘੱਟ ਪਈਆਂ। ਠੀਕ ਹੈ। ਹੁਣ ਜਿਵੇਂ ਨੀਟੂ ਸ਼ਟਰਾਂ ਵਾਲਾ ਸੀ, ਨੀਟੂ ਸ਼ਟਰਾਂ ਵਾਲੇ ਤੁਸੀਂ ਸਾਰੇ ਜਾਣਦੇ ਹੋਵੋਗੇ। ਠੀਕ ਹੈ। ਇਹਨਾਂ ਨੂੰ ਵੋਟ ਨਾ ਪਾਓ ਜਾਂ ਨੀਟੂ ਸ਼ਟਰਾਂ ਵਾਲੇ ਨੂੰ ਵੋਟ ਪਾ ਦਿਓ, ਮੈਨੂੰ ਕੋਈ ਦੁੱਖ ਨਹੀਂ ਹੈਗਾ। ਠੀਕ ਹੈ। ਤਾਂ 15,000 ਰੁਪਈਆ ਫੀਸ ਭਰਨੀ ਪੈਂਦੀ ਹੈ ਭਾਈ। ਜੇਕਰ ਰਾਸ਼ਟਰਪਤੀ ਨੇ ਕਿਸੇ ਬਿੱਲ ਉੱਪਰ ਵੀਟੋ ਪਾਵਰ ਲਗਾ ਦਿੱਤੀ ਤਾਂ ਉਹ ਕਿਸ ਨੂੰ ਜਵਾਬ ਦੇਊਗਾ? ਦੱਸੋ ਭਾਈ। ਰਾਸ਼ਟਰਪਤੀ ਨੇ ਆਪਾਂ ਕੋਈ ਬਿੱਲ ਭੇਜਤਾ, 3 ਪਾਵਰਾਂ ਹੁੰਦੀਆਂ ਇਹਦੇ ਕੋਲੇ, ਐਬਸੋਲੂਟ ਵੀਟੋ, ਸਸਪੈਂਸ ਵੀਟੋ, ਇੱਕ ਵੀਟੋ ਪਾਵਰ, ਪੌਕਟ ਵੀਟੋ ਪਾਵਰ। ਐਬਸੋਲੂਟ ਦੇ ਵਿੱਚ ਤਾਂ ਇਹ ਬਿੱਲ ਨੂੰ ਪੱਕੇ ਤੌਰ 'ਤੇ ਰਿਜੈਕਟ ਕਰ ਸਕਦਾ, ਸਸਪੈਂਸ ਦੇ ਵਿੱਚ ਦੁਬਾਰਾ ਪੜ੍ਹਨ ਵਾਸਤੇ ਭੇਜ ਦਿੰਦਾ, ਰੀਥਿੰਕਿੰਗ ਵਾਸਤੇ। ਅਤੇ ਪੌਕਟ ਵੀਟੋ ਦੇ ਵਿੱਚ ਇਹ ਹੁੰਦਾ ਕਿ ਜਿਹੜਾ ਕੋਈ ਕੋਲ ਬਿੱਲ ਪਹੁੰਚ ਗਿਆ ਉਹਨੇ ਅੱਜ ਆਪਾਂ ਜੇਬ 'ਚ ਹੀ ਪਾ ਲਿਆ। ਤਾਂ ਕਹਿੰਦੇ ਜਦੋਂ ਇਹਦੇ ਬਿੱਲ ਇਹ ਪੌਕਟ ਵੀਟੋ ਜਾਂ ਕਿਸੇ ਵੀ ਵੀਟੋ ਦੇ ਵਿੱਚ ਇਹਨੂੰ ਮਤਲਬ ਕੋਈ ਵੀਟੋ ਲਾਤੀ ਇਹਨੇ, ਚਾਹੇ ਪੌਕਟ ਵੀਟੋ ਲਾਤੀ, ਚਾਹੇ ਸਸਪੈਂਸ ਵੀਟੋ ਲਾਤੀ, ਚਾਹੇ ਐਬਸੋਲੂਟ ਵੀਟੋ ਲਾਤੀ, 3 ਪਾਵਰਾਂ ਹੁੰਦੀਆਂ। ਯਾਦ ਰੱਖਣਾ ਕਿ ਵੀ ਪੁੱਛਣਾ ਵੀਟੋ ਪਾਵਰਾਂ ਦੀ ਸੰਖਿਆ ਕਿੰਨੀ ਹੈ? 3 ਹੁੰਦੀਆਂ ਵੀਟੋ ਪਾਵਰ, ਐਬਸੋਲੂਟ, ਸਸਪੈਂਸਿਵ, ਪੌਕਟ ਵੀਟੋ। ਹੁਣ ਕਿਸੇ ਨੇ ਲਾਤੀ ਭਾਈ,
ਵੀਟੋ ਪਾਵਰ। ਤਾਂ ਜਦੋਂ ਵੀਟੋ ਪਾਵਰ ਲੱਗ ਗਈ ਤਾਂ ਰਾਸ਼ਟਰਪਤੀ ਕਿਹਨੂੰ ਜਵਾਬ ਦੇਊਗਾ ਇਹਦੇ ਬਾਰੇ? ਕੋਈ ਪੁੱਛ ਸਕਦਾ ਕਿ ਹਾਂ ਭਾਈ ਤੂੰ ਵੀਟੋ ਪਾਵਰ ਕਿਉਂ ਲਾਈ ਹੈ? ਤਾਂ ਇਹਦਾ ਆਨਸਰ ਹੈਗਾ ਡੀ ਨੰਬਰ ਆਪਸ਼ਨ। ਉਹਦੇ ਕੋਲ ਇੰਨੀ ਪਾਵਰ ਹੈਗੀ ਕਿ ਕਿਸੇ ਨੂੰ ਜਵਾਬ ਨਹੀਂ ਦੇ ਸਕਦਾ। ਆਰਟੀਕਲ ਦੇ ਤਹਿਤ ਇਹਦੇ ਕੋਲ ਪਾਵਰ ਹੈ ਇਹ। ਠੀਕ ਹੈ, ਵੈਸੇ ਡਾਂਗ ਦੇ ਜ਼ੋਰ 'ਤੇ ਤਾਂ ਮੋਦੀ ਸਾਹਿਬ ਨੇ ਕਰਵਾਈ ਲੈਣਾ, ਤਾਂ ਕੀ ਕਰ ਸੈਣ ਕਰ ਦਾਂਗੇ, ਕਿਵੇਂ ਕਰਨਾ? ਬਸ ਨਾਲ ਦੀਆਂ ਘੁੱਗੀ ਮਾਰ ਤੂੰ ਇਹ। ਠੀਕ ਹੈ, ਬਸ ਇਹ ਤਾਂ ਇੱਕ ਨਾਂ ਦੇ ਵਿਚਾਰੇ ਰਹਿ ਗਏ। ਪੁੱਛ ਗਿੱਛ ਇਹਨਾਂ ਦੀ ਕੋਈ ਨਹੀਂ ਹੈਗੀ। ਚੌਂਕੀਦਾਰ ਦੀ ਵੱਧ ਪਾਵਰ ਹੁੰਦੀ ਹੈ। ਚੌਂਕੀਦਾਰ ਬੈਠਾ ਨਾ, ਉਹ ਕਿਸੇ ਨੂੰ ਕਹਦੇ ਕਿ ਅੰਦਰ ਵੜਨਾ ਗਾ, ਚੌਂਕੀਦਾਰ ਕੋਲ ਮੇਰਾ ਵੜਨ ਨਹੀਂ ਦਿੰਦਾ, ਉਹਦੀ ਵੱਧ ਪਾਵਰ ਹੈ। ਪਰ ਇਹਨਾਂ ਦੀ ਕੋਈ ਪਾਵਰ ਨਹੀਂ ਹੈਗੀ ਵਿਚਾਰਿਆਂ ਦੀ। ਠੀਕ ਹੈ, ਤਾਂ ਕਰਕੇ ਕਹਿੰਦੇ ਕਿ ਚੌਂਕੀਦਾਰ ਤੋਂ ਜ਼ਿਆਦਾ ਆਇਆ ਵੀ ਵਾਚਮੈਨ ਦੀਆਂ ਪੋਸਟਾਂ ਵੀ ਭਰ ਦਿਓ ਪਤੰਦਰੋ। ਜਿਹੜੇ ਆ ਪੰਜਾਬ ਪੁਲਿਸ ਵਾਲੇ ਬੱਚੇ, ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਭਰ ਦਿਓ ਪੰਜਾਬ ਪੁਲਿਸ ਦੀਆਂ। ਪੰਜਾਬ ਪੁਲਿਸ ਵਾਲਿਓ, ਇਹਨਾਂ ਦਾ ਪਤਾ ਨਹੀਂ ਕੀ ਕੁਛ ਕਰਨਾ, ਪਰ ਆਹ ਪੇਪਰ ਤਾਂ ਪੱਕਾ ਹੀ ਹੋਣਾ ਗਾ। ਠੀਕ ਹੈ, ਸੈਂਟਰ ਦਾ ਪੇਪਰ ਹੈ, ਸੈਂਟਰ ਦੇ ਪੇਪਰ ਨਹੀਂ ਕੈਂਸਲ ਹੁੰਦੇ। ਰਾਸ਼ਟਰਪਤੀ ਨੂੰ ਕੌਣ ਚੁਣਦਾ ਹੈ? ਕੌਣ ਚੁਣਦਾ ਰਾਸ਼ਟਰਪਤੀ ਨੂੰ? ਲੋਕ ਸਭਾ ਦੇ ਮੈਂਬਰ, ਰਾਜ ਸਭਾ ਦੇ ਮੈਂਬਰ, ਪਾਰਲੀਮੈਂਟ ਦੇ ਮੈਂਬਰ, ਕਿ ਮੈਂਬਰ ਆਫ ਬੋਥ ਹਾਊਸਸ? ਬੋਥ ਮੈਨੇ ਹੁੰਦਾ ਦੋਵੇਂ ਹਾਊਸ, ਰਾਜ ਸਭਾ, ਲੋਕ ਸਭਾ ਅਤੇ ਸਟੇਟ ਅਸੈਂਬਲੀ। ਤਾਂ ਇਹ ਚਾਰੇ ਚੁਣਦੇ ਆ ਇਹਨੂੰ, ਰਾਸ਼ਟਰਪਤੀ ਨੂੰ, ਯਾਦ ਰੱਖਿਓ। ਰਾਸ਼ਟਰਪਤੀ ਦੀ ਇੰਪੀਚਮੈਂਟ। ਇੰਪੀਚਮੈਂਟ ਦਾ ਮਤਲਬ ਹੁੰਦਾ ਰਾਸ਼ਟਰਪਤੀ ਨੂੰ ਆਪਾਂ ਹਟਾਉਣਾ, ਉਹਦੀ ਗੱਦੀ ਤੋਂ ਲਾਉਣਾਗੇ। ਪਰ ਸਾਨੂੰ ਰਾਸ਼ਟਰਪਤੀ ਪਸੰਦ ਨਹੀਂ ਹੈਗਾ, ਆਪਾਂ ਨੂੰ ਗੱਦੀ ਤੋਂ ਲਾਉਣਾ ਹੈ। ਤਾਂ ਕਿਸ ਆਰਟੀਕਲ ਦੇ ਵਿੱਚ ਆਉਂਦਾ ਗਾ? ਕਿਹੜੇ ਆਰਟੀਕਲ ਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ? ਸਭ ਤੋਂ ਪਹਿਲਾਂ ਤਾਂ ਇਹਨੂੰ ਇੰਪੀਚਮੈਂਟ ਕਹਿੰਦੇ ਨੇ, ਕਿਸੇ ਨੂੰ ਕਿਸੇ ਗੱਦੀ ਤੋਂ ਹਟਾਉਣਾ। ਇੰਪੀਚਮੈਂਟ ਦਾ ਜਿਹੜਾ ਉਹ ਹੈਗਾ ਤਰੀਕਾ ਹੈਗਾ, ਆਪਾਂ ਕਿਤੋਂ ਲੈਤਾ? ਇਹ ਲੈਤਾ ਆਪਾਂ USA ਤੋਂ। ਠੀਕ ਹੈ, ਤਾਂ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ? 58, 72, 61 ਕਿ 62? ਦੇਖੋ 62 ਦੇ ਵਿੱਚ ਤਾਂ ਇਹ ਆਉਂਦਾ ਗਾ ਕਿ ਮੰਨ ਲਓ ਪ੍ਰੈਜ਼ੀਡੈਂਟ ਮਰ ਗਿਆ ਜਾਂ ਭਾਈ ਉਹ ਕਿਤੇ ਗਿਆ ਹੋਇਆ, ਤਾਂ ਉਹਦੀ ਜਗ੍ਹਾ ਦੇ ਵਿੱਚ, ਚਲੋ ਮੰਨ ਲਓ ਕਿ ਪ੍ਰੈਜ਼ੀਡੈਂਟ ਦੀ ਡੈਥ ਹੋ ਗਈ ਜਾਂ ਉਹਨੇ ਅਸਤੀਫਾ ਦੇਤਾ। ਠੀਕ ਹੈ, ਤਾਂ ਉਹਦੀ ਜਗ੍ਹਾ 'ਤੇ ਕੌਣ ਬੈਠੂਗਾ? ਵਾਈਸ ਪ੍ਰੈਜ਼ੀਡੈਂਟ ਬੈਠੂਗਾ। ਅਤੇ ਵਾਈਸ ਪ੍ਰੈਜ਼ੀਡੈਂਟ ਵੱਧ ਤੋਂ ਵੱਧ ਕਿੰਨੇ ਟਾਈਮ ਵਾਸਤੇ ਬੈਠ ਸਕਦਾ? 6 ਮਹੀਨਿਆਂ ਵਾਸਤੇ। ਵੱਧ ਤੋਂ ਵੱਧ 6 ਮਹੀਨਿਆਂ ਵਾਸਤੇ ਰਾਸ਼ਟਰਪਤੀ ਦੀ ਜਗ੍ਹਾ 'ਤੇ ਉਪ ਰਾਸ਼ਟਰਪਤੀ ਬੈਠ ਸਕਦਾ। ਇਹ ਗੱਲ ਯਾਦ ਰੱਖਣੀ। ਇਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਕਿ ਵੋਟਾਂ ਕਰਵਾਵੇ ਅਤੇ ਦੁਬਾਰਾ ਰੀ ਇਲੈਕਟ ਕਰੇ ਪ੍ਰੈਜ਼ੀਡੈਂਟ ਨੂੰ। ਕਾਰਡ ਦੇ ਵਿੱਚ ਆ ਜਾਂਦਾ ਇੰਪੀਚਮੈਂਟ। ਠੀਕ ਹੈ, ਇੰਪੀਚਮੈਂਟ ਤਾਂ ਹੁਣ ਤੁਹਾਨੂੰ ਪਤਾ ਹੀ ਲੱਗ ਗਿਆ। ਇੰਪੀਚਮੈਂਟ ਦਾ ਮਤਲਬ ਹੁੰਦਾ ਹਟਾਉਣਾ। ਹੀ ਨੰਬਰ ਆਨਸਰ ਆਪਣਾ। ਆਰਟੀਕਲ 72 ਦੇ ਵਿੱਚ ਕੀ ਹੁੰਦਾ? ਆਰਟੀਕਲ 72 ਦੇ ਵਿੱਚ ਹੁੰਦੀ ਹੈਗੀ ਪਾਰਡਨ ਪਾਵਰ। ਪਾਰਡਨ ਪਾਵਰ ਦਾ ਕੀ ਹੁੰਦਾ? ਪਾਰਡਨ ਦਾ ਮਤਲਬ ਕੀ ਹੁੰਦਾ? ਮਾਫੀ ਦੀ ਸ਼ਕਤੀ। ਜਿਹੜਾ ਰਾਸ਼ਟਰਪਤੀ ਹੈਗਾ, ਇਹ ਕਿਸੇ ਦੀ ਸਜ਼ਾ ਨੂੰ ਘਟਾ ਵੀ ਸਕਦਾ, ਕਿਸੇ ਦੀ ਸਜ਼ਾ ਨੂੰ, ਕਿਸੇ 1 ਸਾਲ ਵਾਲੀ ਦੀ ਸਜ਼ਾ ਨੂੰ 10 ਸਾਲ ਵੀ ਕਰ ਸਕਦਾ ਹੈ, ਕਿਸੇ ਨੂੰ ਇਹ ਫਾਂਸੀ ਦੀ ਸਜ਼ਾ ਦੇ ਵੀ ਸਕਦਾ, ਕਿਸੇ ਦੀ ਫਾਂਸੀ ਦੀ ਸਜ਼ਾ ਇਹ ਮਾਫ ਵੀ ਕਰ ਸਕਦਾ। ਠੀਕ ਹੈ, ਇਹ ਜੋ ਅਥਾਰਟੀ ਇਹਦੇ ਕੋਲ, ਕਿਉਂਕਿ ਇਹ ਬਹੁਤ ਵੱਡੀ ਇੱਕ ਸੱਚੀ ਪੋਸਟ ਹੈ ਅਤੇ ਬਹੁਤ ਉੱਚੀ ਪੋਸਟ ਹੈ ਇਹ ਪ੍ਰੈਜ਼ੀਡੈਂਟ ਦੀ, ਪਰ ਇਹਦੀ ਪਾਵਰ ਨਹੀਂ ਹੈਗੀ ਵਿਚਾਰੇ ਦੀ। ਤਾਂ 58 ਦੇ ਵਿੱਚ ਕੀ ਹੁੰਦਾ? 58 ਦੇ ਵਿੱਚ ਇਹਦੀ ਐਜੂਕੇਸ਼ਨ ਬਾਰੇ ਗੱਲ ਕੀਤੀ ਜਾਂਦੀ ਹੈ। ਇਹਦੀ ਕੀ ਮਤਲਬ ਕੁਆਲੀਫਿਕੇਸ਼ਨ ਕੀ ਹੋਊਗੀ? ਕੁਆਲੀਫਿਕੇਸ਼ਨ ਤਾਂ ਕਿਹੜੇ ਪੜ੍ਹਾਈ ਮੰਗਦੇ ਆ? ਇਹ ਤਾਂ ਇਹ ਮੰਗਦੇ ਹੁੰਦੇ ਕਿ ਦੀਵਾਲੀਆਂ ਨਾ ਹੋਵੇ, ਦਿਮਾਗ ਨਾ ਖਰਾਬ ਹੋਵੇ, ਆਹ ਚੀਜ਼ ਨਾ ਹੋਵੇ, ਉਹ ਚੀਜ਼ ਨਾ ਹੋਵੇ, ਕਿਸੇ ਪਦ 'ਤੇ ਨਾ ਹੋਵੇ, ਬਸ ਆਹ ਚੀਜ਼ਾਂ ਹੁੰਦੀਆਂ ਹੈਗੀਆਂ। ਠੀਕ ਹੈ, ਤਾਂ ਇਹ ਆਉਂਦਾ ਆਰਟੀਕਲ ਕਾਰਡ ਦੇ ਵਿੱਚ ਇੰਪੀਚਮੈਂਟ ਦੀ ਗੱਲ ਕੀਤੀ ਕਿ USA ਤੋਂ ਲੈਤੀ ਗਈ ਇੰਪੀਚਮੈਂਟ। ਵੇਅਰ ਵਾਜ਼ ਦਾ ਫੋਟੋ ਲਿਥੀਓਗ੍ਰਾਫ ਕਾਪੀ ਆਫ ਇੰਡੀਅਨ ਕੌਨਸਟੀਟਿਊਸ਼ਨ? ਜਿਹੜੀ ਇਹਦੀ ਉੱਪਰਲੀ ਕਾਪੀ ਹੈਗੀ ਇੰਡੀਅਨ ਕੌਨਸਟੀਟਿਊਸ਼ਨ ਦੀ, ਇਹ ਕਿੱਥੇ ਪਈ ਹੈ? ਕਹਿੰਦੇ ਪਾਰਲੀਮੈਂਟ ਦੇ ਵਿੱਚ, ਸਰਵੇ ਆਫ ਇੰਡੀਆ ਦੇਹਰਾਦੂਨ ਦੇ ਵਿੱਚ, ਨੈਸ਼ਨਲ ਲਾਇਬ੍ਰੇਰੀ ਕਲਕੱਤਾ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ। ਤਾਂ ਇਹਦਾ ਆਨਸਰ ਹੈਗਾ B ਨੰਬਰ ਆਪਸ਼ਨ, ਦੇਹਰਾਦੂਨ ਦੇ ਵਿੱਚ ਪਈ ਹੈ ਇਹਦੀ। ਠੀਕ ਹੈ, ਫੋਟੋ ਲਿਥੀਓ ਕਾਪੀ। ਇਹ ਗੱਲ ਯਾਦ ਰੱਖਣੀ, ਬਸ ਇੰਨੀ ਯਾਦ ਕਰ ਲਓ, ਬੜਾ ਡਿਟੇਲ 'ਚ ਜਾਣ ਦੀ ਲੋੜ ਨਹੀਂ। ਪੰਚਾਇਤੀ ਰਾਜ ਚੋਣ ਲੜਨ ਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ? ਪੰਚਾਇਤੀ ਚੋਣ ਲੜਨ ਵਾਸਤੇ 18, 19, 20, 21। ਇਹਦਾ ਹਰੇਕ ਬੱਚੇ ਨੂੰ ਪਤਾ ਹੋਊਗਾ। 21 ਸਾਲ ਉਮਰ ਹੋਣੀ ਚਾਹੀਦੀ ਹੈ ਕੀ ਲੜਨ ਵਾਸਤੇ? ਪੰਚਾਇਤੀ ਰਾਜ ਦੀਆਂ ਚੋਣਾਂ ਲੜਨ ਵਾਸਤੇ। ਪੰਚਾਇਤੀ ਰਾਜ ਵਿੱਚ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ? ਆਪਣੇ ਪਿੰਡਾਂ ਦੇ ਵਿੱਚ ਆਪਾਂ ਦੇਖਿਓ ਤੁਸੀਂ, ਦੂਰੋਂ ਹੁੰਦੀ ਆ ਸਰਪੰਚੀ ਹੁੰਦੀ ਹੈ। ਜਿਹਨਾਂ ਵੋਟਾਂ 'ਚ ਖੜਾ ਹੋਣਾ ਹੁੰਦਾ ਉਹ ਤਾਂ ਪਤੰਦਰ ਅੰਦਰ ਕਮਰੇ 'ਚ ਬੈਠਾ ਹੁੰਦਾ। ਆਪਣੇ ਅੱਗੇ ਬਾਹਰ ਇਹ ਵੀ ਸਿਰ ਪੜਵਾਈ ਜਾਣਗੇ ਇੱਕ ਦੂਜੇ ਦੇ, ਉਹ ਤੂੰ ਮੇਰੇ ਵੀ ਨਹੀਂ ਔਖਾ ਝਾਕਦਾ, ਓਏ ਤੂੰ ਸਾਡੇ ਬੰਦੇ ਨੂੰ ਐਂ ਕਹਿਣਾ, ਓਏ ਘਰੋਂ ਵੋਟਾਂ ਵਾਸਤੇ ਚੱਕ ਲਈ ਆਉਣਗੇ ਤੀਜੇ ਥਾਂ ਵੀ ਚਮਚੇ ਹੈ। ਜਿਹਦੀਆਂ ਵੋਟਾਂ ਹੁੰਦੀਆਂ ਉਹ ਘਰੇ ਪੈਂਦਾ, ਉਹ ਸਿਰਫ ਇੱਕ ਖਾਂਸੀ ਦੀ ਬੋਤਲ ਵਾਸਤੇ ਕਿ ਹੱਥ ਨੇ ਖਾਂਸੀ ਦੀ ਬੋਤਲ ਮਿਲ ਜੂਗੀ ਸ਼ਰਾਬ ਦੀ। ਠੀਕ ਹੈ, ਇਹੋ ਜਿਹਾ ਕੁਛ ਕਰਦੇ ਆਪਣੇ ਵਾਲੇ। ਤਾਂ ਪੰਚਾਇਤੀ ਰਾਜ ਵਿੱਚ ਚੋਣ ਕਰਵਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ? ਪ੍ਰੈਜ਼ੀਡੈਂਟ ਦੀ। ਪ੍ਰੈਜ਼ੀਡੈਂਟ ਨੇ ਕੀ ਕਰਨਾ ਪੰਚਾਇਤੀ ਚੋਣਾਂ ਦੇ ਵਿੱਚ ਆ ਕੇ? ਗਵਰਨਰ ਆਫ ਸਟੇਟ। ਗਵਰਨਰ ਦਾ ਕੋਈ ਮਤਲਬ ਹੀ ਨਹੀਂ ਇਹਦੇ ਵਿੱਚ। ਤਾਂ ਸਟੇਟ ਇਲੈਕਸ਼ਨ ਕਮਿਸ਼ਨ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਇੰਡੀਆ ਦਾ ਇਲੈਕਸ਼ਨ ਕਮਿਸ਼ਨ ਹੁਣ ਪਿੰਡਾਂ ਦੀਆਂ ਪੰਚਾਇਤਾਂ ਜਾਊਗਾ ਇਲੈਕਸ਼ਨ ਕਰਵਾਉਣ। ਅਤੇ ਇਹਦਾ ਆਨਸਰ ਹੈਗਾ ਜੇ ਸਟੇਟ ਦਾ ਇਲੈਕਸ਼ਨ ਕਮਿਸ਼ਨ ਹੋਊਗਾ ਉਹੀ ਪੰਚਾਇਤਾਂ ਦੀਆਂ ਵੋਟਾਂ ਕਰਵਾਊਗਾ। ਸਰਪੰਚੀ ਦੀਆਂ ਹੋ ਗਈਆਂ, ਜਿਵੇਂ ਆਪਣੀਆਂ ਮੁਨਸਿਪਲ ਦੀਆਂ ਹੋ ਗਈਆਂ, ਨਗਰ ਨਿਗਮ ਦੀਆਂ ਹੋ ਗਈਆਂ ਇਹ। ਠੀਕ ਹੈ, ਤਾਂ C ਨੰਬਰ ਆਪਸ਼ਨ ਹੈ ਬਿਲਕੁਲ ਸਹੀ ਆਨਸਰ ਹੈ। ਦ ਓਰੀਜਨਲ ਕੌਨਸਟੀਟਿਊਸ਼ਨ ਆਫ ਇੰਡੀਆ ਹੈਂਡ ਰਾਈਟਨ ਬਾਏ ਹੂਮ?
ਕਿ ਜਿਹੜਾ ਆਪਣਾ ओरिजिनल कॉन्स्टिट्यूशन अपना ਜਿਹੜਾ ਅਸਲੀ ਸੰਵਿਧਾਨ ਹੈ ਉਹ ਜਿਹੜਾ ਲਿਖਿਆ ਗਿਆ ਸੀ ਉਹ 'ਚ हैंड राइटिंग किस दी है। मतलब जो मैं लिखता संविधान, मैं आपदा हुण ना लिखता, मैं संविधान लिखता कि संविधान ਵਿੱਚ ਪ੍ਰਸਤਾਵਨਾ ਨੂੰ ਸੰਵਿਧਾਨ ਦੀ ਕੁੰਜੀ ਕਿਹਾ ਜਾਂਦਾ ਹੈ, ਮੈਂ ਲਿਖਤੀ ਇਹ ਚੀਜ਼, ਠੀਕ ਹੈ। ਤਾਂ ਇਹ ਚੀਜ਼ ਲਿਖਤੀ ਤਾਂ ਮੈਂ ਸ਼ੁਰੂ ਦੇ ਵਿੱਚ ਜਿਹੜੀ ਇਹ ਚੀਜ਼ ਲਿਖੀ ਸੀ ਓਰੀਜਨਲ ਆਪਦੀ ਸ਼ੁਰੂ ਤੋਂ ਸੰਵਿਧਾਨ ਬਣਾ ਕੇ ਲਿਖਿਆ ਸੀ ਜਿਹੜੇ ਬੰਦੇ ਨੇ, ਤਾਂ ਉਹ ਬੰਦੇ ਦਾ ਨਾਮ ਕੀ ਹੈ, ਕਹਿੰਦੇ BR ਅੰਬੇਦਕਰ, MN ਰॉय, ਪ੍ਰੇਮ ਬਿਹਾਰੀ, ਨਰਾਇਣ ਰਾਇਜਾਦਾ ਕਿ ਰਜਿੰਦਰ ਪ੍ਰਸਾਦ। ਹੁਣ ਬਾਹਲੇ ਆਨਸਰ ਲਾ ਕੇ ਆਉਣਗੇ BR ਅੰਬੇਦਕਰ, ਪਰ ਇਹਦਾ ਆਨਸਰ ਹੈਗਾ ਗਾ ਪ੍ਰੇਮ ਬਿਹਾਰੀ ਨਰਾਇਣ ਰਾਇਜਾਦਾ। ਇਹਦੇ ਦੁਆਰਾ ਲਿਖਿਆ ਗਿਆ ਸੀ ਭਾਈ ਇਹ, ਠੀਕ ਹੈ, ਸੰਵਿਧਾਨ ਓਰੀਜਨਲ ਭਾਸ਼ਾ ਦੇ ਵਿੱਚ। ਆਜ਼ਾਦ ਭਾਰਤ ਦੇ ਪਹਿਲੇ ਲਾ ਮਿਨਿਸਟਰ ਕੌਣ ਸਨ? ਲਾ ਮਿਨਿਸਟਰ ਕਿਹੜਾ ਹੁੰਦਾ, ਜਿਹੜਾ ਰੂਲ ਬਣਾਉਂਦਾ ਹੁੰਦਾ ਹੈ, ਕੌਣ ਸੀ ਪਹਿਲਾ? ਜਵਾਹਰ ਲਾਲ ਨਹਿਰੂ, BR ਅੰਬੇਦਕਰ, TS ਨਰਸਿਮਹਾ ਕੇ ਕੈਲਾਸ਼। ਜਿਹੜਾ ਭਾਈ ਇਹ ਸੀ ਤਾਂ ਆਪਣਾ ਫੋਰਨ ਮਿਨਿਸਟਰ ਸੀ। ਜਵਾਹਰ ਲਾਲ ਨਹਿਰੂ ਤਾਂ ਆਪਸ਼ਨ ਕੱਟੀ ਗਈ, ਨਰਸਿਮਹਾ ਵੀ ਨਹੀਂ ਆ ਸਕਦਾ। BR ਅੰਬੇਦਕਰ ਜਿਹੜੇ ਆਪਣੇ ਫਸਟ ਕੀ ਸੀ, ਇਹ ਲਾ ਮਿਨਿਸਟਰ ਸੀ। ਇੱਕ ਪ੍ਰਸ਼ਨ ਤਾਂ ਇਹ ਵਾਲਾ ਪੁੱਛਿਆ ਜਾਂਦਾ ਹੁੰਦਾ, ਇੱਕ ਪ੍ਰਸ਼ਨ ਪੁੱਛਿਆ ਜਾਂਦਾ ਕਿ ਆਪਣਾ ਪਹਿਲਾ ਰੇਲਵੇ ਮਿਨਿਸਟਰ ਕੌਣ ਸੀ। ਇਹ ਪਤਾ ਨਹੀਂ ਕਿਉਂ ਪੁੱਛਦੇ ਆ, ਪਰ ਪੁੱਛਦੇ ਜ਼ਰੂਰ ਹੈ। ਪਹਿਲਾ ਰੇਲਵੇ ਮਿਨਿਸਟਰ ਕੌਣ ਸੀ ਆਜ਼ਾਦੀ ਤੋਂ ਬਾਅਦ ਆਪਣਾ? ਉਹ ਹੈਗਾ ਸੀ ਆਪਣਾ ਜੌਨ ਮਿਥਾਈ, ਠੀਕ ਹੈ, ਜੌਨ ਮਿਥਾਈ। ਦੇਖੋ 6 ਦਸੰਬਰ 1956, ਇਸ ਤੋਂ ਕੁਝ ਦਿਨ ਪਹਿਲਾਂ 14 ਅਕਤੂਬਰ 1956 ਨੂੰ ਬੁੱਧ ਧਰਮ ਨੂੰ ਅਪਣਾਇਆ ਗਿਆ ਸੀ। ਕਿਸ ਦੇ ਦੁਆਰਾ ਅਪਣਾਇਆ ਗਿਆ ਸੀ ਬੁੱਧ ਧਰਮ ਨੂੰ? ਡਾਕਟਰ BR ਅੰਬੇਦਕਰ ਸੀ ਜਿਹੜਾ। ਇਹਨਾਂ ਨੇ ਕਿਹੜਾ ਧਰਮ ਅਪਣਾਇਆ ਸੀ? ਇਹ ਗੱਲਾਂ ਪੁੱਛੀਆਂ ਜਾਂਦੀਆਂ ਨੇ ਪੇਪਰ ਦੇ ਵਿੱਚ। ਤਾਂ ਉਹਨਾਂ ਨੇ ਅਪਣਾਇਆ ਸੀ ਬੁੱਧ ਧਰਮ। ਕਿਹਨੇ? ਡਾਕਟਰ BR ਅੰਬੇਦਕਰ ਨੇ। ਕਦੋਂ ਅਪਣਾਇਆ ਸੀ? 6 ਦਸੰਬਰ ਨੂੰ। ਤਾਂ ਦੇਖੋ 6 ਦਸੰਬਰ 1956 ਨੂੰ ਤਾਂ ਇਹਨਾਂ ਦੀ ਡੈਥ ਹੋ ਗਈ ਸੀ, ਠੀਕ ਹੈ, ਡੈਥ ਹੋ ਗਈ ਸੀ, ਮੌਤ ਹੋ ਗਈ ਸੀ ਕਿਹਨਾਂ ਦੀ? ਡਾਕਟਰ BR ਅੰਬੇਦਕਰ ਦੀ। ਉਸ ਤੋਂ ਕੁਝ ਦਿਨ ਪਹਿਲਾਂ 14 ਅਕਤੂਬਰ 1956 ਨੂੰ ਇਹਨਾਂ ਨੇ ਬੁੱਧ ਧਰਮ ਨੂੰ ਅਪਣਾ ਲਿਆ ਸੀ। ਤਾਂ ਉਸ ਦਿਨ ਨੂੰ ਕਿਹੜਾ ਦਿਨ ਕਿਹਾ ਜਾਂਦਾ ਹੈਗਾ? ਧਰਮ ਚੱਕਰ ਪਰਿਵਰਤਨ ਦਿਵਸ ਕਿਹਾ ਜਾਂਦਾ ਹੈ। ਇਹ ਗੱਲ ਯਾਦ ਰੱਖਣੀ ਹੈ, ਪੁੱਛਿਆ ਜਾ ਸਕਦਾ ਕਿ ਧਰਮ ਚੱਕਰ ਪਰਿਵਰਤਨ ਦਿਵਸ ਕਿਸ ਨਾਲ ਸੰਬੰਧਿਤ ਹੈ? ਡਾਕਟਰ BR ਅੰਬੇਦਕਰ ਨਾਲ ਸੰਬੰਧਿਤ ਹੈ। ਉਸ ਦਿਨ ਇਹਨਾਂ ਨੇ ਕੀ ਕੀਤਾ ਸੀ? ਡਾਕਟਰ BR ਅੰਬੇਦਕਰ ਨੇ ਬੁੱਧ ਧਰਮ ਨੂੰ ਅਪਣਾਇਆ ਸੀ। ਕਦੋਂ ਅਪਣਾਇਆ ਸੀ? 14 ਅਕਤੂਬਰ 1956 ਨੂੰ ਅਪਣਾਇਆ ਸੀ। ਅਤੇ ਡਾਕਟਰ BR ਅੰਬੇਦਕਰ ਦੀ ਡੈਥ ਕਦੋਂ ਹੋਈ ਸੀ? 6 ਦਸੰਬਰ 1956 ਨੂੰ ਹੋਈ ਸੀ, ਠੀਕ ਹੈ। ਜਿਹੜੀ ਸਪੀਕਰ ਹੁੰਦਾ, ਸਪੀਕਰ ਦੀ ਵੋਟ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਪਹਿਲਾਂ ਇਹਦਾ ਸਪੀਕਰ ਕਿਹੜਾ ਹੁੰਦਾ? ਸਪੀਕਰ ਲੋਕ ਸਭਾ ਦਾ ਹੀ ਮੈਂਬਰ ਹੁੰਦਾ ਇੱਕ, ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਸਪੀਕਰ ਦੀ ਵੋਟ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ? ਸੈਂਟਰਲ ਵੋਟ, ਕਾਸਟਿੰਗ ਵੋਟ, ਸਪੈਸ਼ਲ ਵੋਟ ਕਿ ਨਨ ਆਫ ਦੀਜ਼? ਤਾਂ ਇਹਦੀ ਵੋਟ ਨੂੰ ਕਿਹਾ ਜਾਂਦਾ ਹੈਗਾ ਕਾਸਟਿੰਗ ਵੋਟ, ਠੀਕ ਹੈ। ਇੱਕ ਤੁਹਾਨੂੰ ਕਰਾ ਕੇ ਗਿਆ ਸੀ ਡਿਸਿਸਿਵ ਵੋਟ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੋ ਦੋਨੇ ਪਾਸੇ ਟਾਈ ਅਪ ਹੋ ਜੇ ਮੈਚ, 50% ਵੋਟਾਂ ਇੱਧਰ ਪੈ ਗਈਆਂ, 50% ਪੈ ਗਈਆਂ, ਉਦੋਂ ਸਪੀਕਰ ਦੀ ਵੋਟ ਪੈਂਦੀ ਨੇ, ਉਹਨੂੰ ਕਹਿੰਦੇ ਨੇ ਡਿਸਿਸਿਵ ਵੋਟ, ਠੀਕ ਹੈ। ਰਾਸ਼ਟਰਪਤੀ ਦੁਆਰਾ ਕਿੰਨੇ ਐਂਗਲੋ ਇੰਡੀਅਨ ਨੂੰ ਚੁਣਿਆ ਜਾਂਦਾ ਹੈ ਲੋਕ ਸਭਾ ਦੇ ਵਿੱਚ? ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸੋ ਕਿ ਐਂਗਲੋ ਇੰਡੀਅਨ ਕੌਣ ਹੁੰਦੇ ਆ? ਐਂਗਲੋ ਇੰਡੀਅਨ ਉਹ ਹੁੰਦੇ ਕਿ 1947 ਤੋਂ ਬਾਅਦ ਜਿਹੜੇ ਮਤਲਬ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਵੱਸ ਗਏ। ਅੱਧਾ ਸੰਬੰਧ ਤਾਂ ਉਹਨਾਂ ਦੇ ਇੰਡੀਆ ਨਾਲ ਹੈ ਅਤੇ ਰਹਿੰਦੇ ਉਹ ਕਿੱਥੇ ਹੈ? ਆਪਣੇ ਬਾਹਰਲੇ ਦੇਸ਼ ਦੇ ਵਿੱਚ। ਉਹਨਾਂ ਨੂੰ ਆਪਾਂ ਐਂਗਲੋ ਇੰਡੀਅਨ ਦੇ ਨਾਮ ਨਾਲ ਜਾਣਦੇ ਹਾਂ। ਇਹਦਾ ਪ੍ਰਾਵਧਾਨ ਸੀ ਆਪਣੇ ਲੋਕ ਸਭਾ ਦੇ ਵਿੱਚ 550 ਦੇ 552 ਦੇ ਵਿੱਚੋਂ ਕਿ 2 ਆਪਾਂ ਐਂਗਲੋ ਇੰਡੀਅਨ ਚੁਣ ਸਕਦੇ ਹਾਂ, ਠੀਕ ਹੈ। ਇਹਦੇ ਵਿੱਚ ਹੈਗਾ ਸੀ, ਪਰ ਹੁਣ ਇਹ ਕੋਟਾ ਬੰਦ ਕਰਤਾ ਐਂਗਲੋ ਇੰਡੀਅਨ ਦਾ। ਹੁਣ ਆਪਣੇ ਐਂਗਲੋ ਇੰਡੀਅਨ ਨਹੀਂ ਚੁਣੇ ਜਾਂਦੇ। ਪ੍ਰਸ਼ਨ ਪੁੱਛਿਆ ਕਿੰਨੇ ਚੁਣੇ ਜਾਂਦੇ? 2 ਚੁਣੇ ਜਾਂਦੇ ਸੀ ਰਾਸ਼ਟਰਪਤੀ ਦੁਆਰਾ। ਹੁਣ ਇਹ ਪ੍ਰਸ਼ਨ ਪੁੱਛਿਆ ਜਾਂਦਾ ਕਿ ਐਂਗਲੋ ਇੰਡੀਅਨ ਦਾ ਹੁਣ ਪਦ ਸੀ ਜਿਹੜਾ ਉਹ ਖਤਮ ਕਰਤਾ ਇਹਨਾਂ ਨੇ। ਹੁਣ ਇਹਦੀ ਸਾਰੇ ਕਿਹਦਾ ਪਦ ਬਣਾਤਾ? ਇਹ ਸੀਟਾਂ ਕਿਹਨੂੰ ਦੇ ਦਿੱਤੀਆਂ? ਇਹ ਦਿੱਤੀਆਂ ਨੇ ਸੀਟਾਂ SC ST ਨੂੰ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਅਤੇ ਕਿੰਨੇ ਮੈਂਬਰ? 2 ਮੈਂਬਰ ਚੁਣਦੇ ਹੁੰਦੇ ਸੀ। ਇਹਨਾਂ ਵਿੱਚੋਂ ਉਹ ਕਿਹੜਾ ਵਿਅਕਤੀ ਹੈ ਜੋ ਸੰਵਿਧਾਨ ਨੂੰ ਜਲਾਉਣ ਲਈ ਤਿਆਰ ਸੀ? ਜਿਹਨੇ ਕਹਿਤਾ ਕਿ ਭਾਈ ਮਚਾ ਦਿਓ ਸੰਵਿਧਾਨ ਨੂੰ। ਇਹਨੇ ਇਹ ਗੱਲ ਕਹੀ ਸੀ, ਕਹਿੰਦਾ ਜੇਕਰ ਕੋਈ ਸੰਵਿਧਾਨ ਦੀ ਗਲਤ ਵਰਤੋਂ ਕਰਦਾ, ਜਿਵੇਂ ਅੱਜ ਦੇ ਟਾਈਮ ਦੇ ਵਿੱਚ ਵਰਤੋਂ ਹੋ ਰਹੀ ਹੈ, ਉਹ ਬੰਦੇ ਨੂੰ ਇੰਨਾ ਗਿਆਨ ਸੀ, ਠੀਕ ਹੈ, ਤਾਂ ਇੰਨਾ ਕੁਛ ਪਤਾ ਸੀ ਉਹਨਾਂ ਨੂੰ, ਪਰ ਫਿਰ ਵੀ ਆਪਣੇ ਵਾਲੇ ਜਿਹੜੇ 8-10 ਪੜ੍ਹੇ ਉਹਦੇ ਸੰਵਿਧਾਨ ਦੇ ਵਿੱਚ ਨੁਕਸ ਕੱਢੀ ਜਾਂਦੇ ਆ BR ਅੰਬੇਦਕਰ ਦੇ ਸੰਵਿਧਾਨ ਦੇ ਵਿੱਚੋਂ। ਤਾਂ ਉਹ ਕਿਹੜਾ ਬੰਦਾ ਸੀ ਜਿਹਨੇ ਕਿਹਾ ਸੀ ਵੀ ਮੈਂ ਸੰਵਿਧਾਨ ਨੂੰ ਮੈਂ ਜਲਾਊਂਗਾ? ਸਭ ਤੋਂ ਪਹਿਲਾਂ ਕਹਿੰਦਾ ਜੇ ਸੰਵਿਧਾਨ ਦੇ ਵਿੱਚ ਕੋਈ ਖਾਮੀ ਜਾਂ ਇਹਦੇ ਵਿਰੁੱਧ ਕੋਈ ਕੰਮ ਕਰਦਾ। ਜਵਾਹਰ ਲਾਲ ਨਹਿਰੂ, BR ਅੰਬੇਦਕਰ, SK ਨਾਚੀਕੇਤਾ। ਤਾਂ ਇਹਦਾ ਸੀਗਾ BR ਅੰਬੇਦਕਰ ਨੇ ਕਹੀ ਸੀ ਇਹ ਗੱਲ ਕਿ ਮੈਂ ਸੰਵਿਧਾਨ ਨੂੰ ਮਚਾ ਦੂੰਗਾ ਜੇ ਕਿਸੇ ਨੇ ਇਹਦੀ ਗਲਤ ਯੂਜ਼ ਕੀਤਾ। ਹੂ ਇਜ਼ ਦਾ ਫਸਟ ਫੀਮੇਲ ਲੋਕ ਸਭਾ ਸਪੀਕਰ? ਲੋਕ ਸਭਾ ਸਪੀਕਰ ਪਹਿਲੀ ਕਿਹੜੀ ਸੀ ਭਾਈ? ਦੱਸੋ। ਸੁਮਿਤਾ, ਸੁਚੇਤਾ, ਅਨੁਦੱਤੀ ਰਾਏ, ਮੀਰਾ ਕੁਮਾਰੀ। ਤਾਂ ਜਿਹੜੇ ਬੱਚੇ ਨੇ ਇਹਦਾ ਆਨਸਰ ਲਾਇਆ D ਨੰਬਰ ਆਪਸ਼ਨ, ਉਹਦਾ ਆਨਸਰ ਬਿਲਕੁਲ ਸਹੀ ਹੈ। AGI ਕੀ ਹੁੰਦਾ ਗਾ?
ਅਟਾਰਨੀ ਜਨਰਲ ਆਫ ਇੰਡੀਆ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ? ਆਰਟੀਕਲ 76 ਦੇ ਵਿੱਚ ਆਉਂਦਾ ਭਾਈ ਇਹ। ਠੀਕ ਹੈ, ਤੇ ਇਹਨੂੰ ਕੀ ਕਹਿੰਦੇ ਆਪਾਂ? ਇਹਨੂੰ ਕਹਿੰਦੇ ਆਪਾਂ ਫਸਟ ਲਾ ਕਮਿਸ਼ਨ। ਠੀਕ ਹੈ, ਕਹਿੰਦੇ ਇਹਦਾ ਅਸਿਸਟੈਂਟ ਕੌਣ ਹੁੰਦਾ ਗਾ? ਅਸਿਸਟੈਂਟ, ਇਹਦਾ ਅਸਿਸਟੈਂਟ ਹੁੰਦਾ ਗਾ ਸੋਲੀਸਿਟਰ ਜਨਰਲ ਆਫ ਇੰਡੀਆ। ਇਹਨੂੰ ਕੀ ਕਿਹਾ ਜਾਂਦਾ? ਇਹਨੂੰ ਕਿਹਾ ਜਾਂਦਾ ਸੈਕੰਡ ਲਾ ਕਮਿਸ਼ਨ। ਇਹ ਪ੍ਰਸ਼ਨ ਪੁੱਛਿਆ ਜਾਊਗਾ ਪੇਪਰ ਦੇ ਵਿੱਚ। ਡੀ ਨੰਬਰ ਆਪਸ਼ਨ ਇਹਦਾ ਆਨਸਰ ਹੈ। ਹੂ ਇਜ਼ ਦਾ ਟਰਮ ਆਫ ਇਲੈਕਸ਼ਨ ਕਮਿਸ਼ਨ? ਚੀਫ ਇਲੈਕਸ਼ਨ ਕਮਿਸ਼ਨ, CEC। ਜਿਹੜਾ ਇਲੈਕਸ਼ਨ ਕਮਿਸ਼ਨ ਹੁੰਦਾ ਗਾ, ਜਿਹੜਾ ਵੋਟਾਂ ਕਰਵਾਉਂਦਾ, ਇਹਦਾ ਕਹਿੰਦੇ ਕਾਰਜਕਾਲ ਕਿੰਨਾ ਹੁੰਦਾ ਗਾ? ਕਿੰਨਾ ਸਮਾਂ ਇਹ ਕਾਰਜਕਾਲ ਕਰਦਾ? ਜਿਵੇਂ ਰਾਸ਼ਟਰਪਤੀ ਦੀ ਉਮਰ ਕਾਰਜਕਾਲ 5 ਸਾਲ ਦਾ ਹੁੰਦਾ ਹੈ, MP MA ਮੁੱਖ ਮੰਤਰੀ ਸਾਰੇ ਦੇ ਕਾਰਜਕਾਲ 5 ਸਾਲ ਦੇ ਹੁੰਦੇ ਆ। ਕਹਿੰਦੇ ਉਵੇਂ ਜਿਵੇਂ ਇਹਦਾ ਕਾਰਜਕਾਲ ਕਿੰਨੇ ਸਾਲ? 4 ਸਾਲ ਦਾ ਹੁੰਦਾ ਚੀਫ ਇਲੈਕਸ਼ਨ ਕਮਿਸ਼ਨ ਦਾ। 6 5 4 ਕੇ 10 ਸਾਲ ਦਾ, ਤਾਂ ਇਹਦਾ ਹੁੰਦਾ 6 ਸਾਲ ਦਾ। ਇਹ ਗੱਲ ਯਾਦ ਰੱਖਣੀ, ਇੱਥੇ ਉਲਝੋਗੇ। ਅਤੇ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ? ਉਹਨਾਂ ਦਾ ਵੀ 6 ਸਾਲ ਦਾ ਹੁੰਦਾ। ਠੀਕ ਹੈ, ਪੰਚਾਇਤੀ ਰਾਜ ਸਿਸਟਮ ਦੇ ਵਿੱਚ 73ਵੇਂ ਸੰਸ਼ੋਧਨ, ਜਿਹੜਾ 73ਵਾਂ ਸੰਸ਼ੋਧਨ ਹੋਇਆ ਸੀ, ਠੀਕ ਹੈ, ਉਹਦੇ ਵਿੱਚ ਕਹਿੰਦੇ ਪੰਚਾਇਤੀ ਰਾਜ ਸਿਸਟਮ ਜੋੜਤਾ ਸੀ 73ਵੇਂ ਹਿੱਸੇ ਦੇ ਵਿੱਚ। ਇਹ ਕਿਸੇ ਹਿੱਸੇ ਦੇ ਵਿੱਚ ਆਉਂਦਾ ਗਾ। ਉਦੋਂ 2 ਜੋੜੇ ਗਏ ਸੀ ਇੱਕ ਸਾਲ ਬਾਅਦ। ਇਹ ਜੋੜਿਆ ਗਿਆ ਸੀ 73ਵੇਂ ਦੇ ਵਿੱਚ, ਇਹ ਤੋਂ ਬਾਅਦ ਇੱਕ 76ਵੇਂ ਦੇ ਵਿੱਚ ਵੀ ਜੋੜਿਆ ਗਿਆ ਸੀ। 73ਵੇਂ ਦੇ ਵਿੱਚ ਜੋੜਿਆ ਗਿਆ ਸੀ ਮਿਊਨਸੀਪਲ, ਕਹਿੰਦਾ ਮਤਲਬ ਕਿ ਸ਼ਹਿਰੀਕਰਨ ਜੋੜਿਆ ਗਿਆ ਸੀ। 73ਵੇਂ ਦੇ ਵਿੱਚ ਜੋੜਿਆ ਗਿਆ ਸੀ ਪੰਚਾਇਤੀ ਰਾਜ ਸਿਸਟਮ। ਤਾਂ ਕਿਹੜੇ ਆਰਟੀਕਲ ਕਿਹੜੇ ਹਿੱਸੇ ਦੇ ਵਿੱਚ ਆਉਂਦਾ? ਅਨੁਸੂਚੀ ਆਪਣੇ ਕਿੰਨੀਆਂ ਅਨੁਸੂਚੀਆਂ? 12 ਅਨੁਸੂਚੀਆਂ। ਤਾਂ ਇਹ ਆਉਂਦਾ ਪਾਰਟ 11 ਦੇ ਵਿੱਚ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਅਤੇ ਪਾਰਟ 12 ਦੇ ਵਿੱਚ ਕੀ ਆਉਂਦਾ? 74ਵਾਂ ਸੰਸ਼ੋਧਨ, ਜਿਹਦੇ ਵਿੱਚ ਕਾਹਦੀ ਗੱਲ ਕੀਤੀ ਗਈ ਸੀ? ਸ਼ਹਿਰਾਂ ਦੀ ਨਗਰ ਨਿਗਮ ਦੀ ਗੱਲ ਕੀਤੀ ਗਈ ਸੀ। ਕਾਹਦੇ ਵਿੱਚ? ਪਾਰਟ ਨੰਬਰ 12 ਦੇ ਵਿੱਚ। ਅਤੇ ਪਾਰਟ ਨੰਬਰ 11 ਦੇ ਵਿੱਚ ਕਾਹਦੀ ਗੱਲ ਕੀਤੀ ਗਈ ਹੈ? ਪੰਚਾਇਤੀ ਰਾਜ ਸਿਸਟਮ ਦੀ। ਇਸ ਤੋਂ ਬਾਅਦ ਪਾਰਟ 8ਵੇਂ ਦੇ ਵਿੱਚ ਕਾਹਦੀ ਗੱਲ ਕੀਤੀ ਗਈ ਹੈ? ਭਾਸ਼ਾ ਦੀ, ਕਿ ਆਪਣੀਆਂ ਭਾਸ਼ਾਵਾਂ ਕਾਹਦੇ 'ਚ ਆਉਂਦੀਆਂ ਗਈਆਂ? ਅਨੁਸੂਚੀ 8 ਦੇ ਵਿੱਚ ਆਉਂਦੀਆਂ। ਕਿੰਨੀਆਂ ਭਾਸ਼ਾਵਾਂ ਆਪਣੀਆਂ? 22 ਭਾਸ਼ਾਵਾਂ, ਜਿਨ੍ਹਾਂ ਦੇ ਵਿੱਚੋਂ ਇੰਗਲਿਸ਼ ਆਪਣੀ ਮੌਜੂਦ ਨਹੀਂ ਹੈਗੀ 22 ਭਾਸ਼ਾਵਾਂ ਦੇ ਵਿੱਚੋਂ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਪਾਰਟ 2 ਦੇ ਵਿੱਚ ਇਹਨਾਂ ਦੇ ਤਨਖਾਹਾਂ ਤਨਖਾਹਾਂ ਬਾਰੇ ਦੱਸਿਆ ਗਿਆ ਗਾ। ਭਾਰਤ ਦੇ ਸੰਵਿਧਾਨ ਸਭਾ ਨੇ ਨੈਸ਼ਨਲ ਝੰਡੇ ਦਾ ਡਿਜ਼ਾਇਨ ਤਿਆਰ ਕੀਤਾ ਗਿਆ ਸੀ। ਕਿਸ ਦੁਆਰਾ ਡਿਜ਼ਾਇਨ ਤਿਆਰ ਕੀਤਾ ਸੀ ਭਾਈ? ਕਿਦੋਂ ਡਿਜ਼ਾਇਨ ਤਿਆਰ ਕੀਤਾ ਸੀ ਰਾਸ਼ਟਰੀ ਝੰਡੇ ਦਾ? ਸੰਵਿਧਾਨ ਸਭਾ ਨੇ 1946 ਦੇ ਵਿੱਚ, 74 ਦੇ ਵਿੱਚ, 47 ਦੇ ਵਿੱਚ ਕਿ 1950 ਦੇ ਵਿੱਚ। ਤਾਂ ਇਹ ਜਿਹੜਾ ਡਿਜ਼ਾਇਨ ਤਿਆਰ ਕੀਤਾ ਸੀ, ਇਹ ਕੀਤਾ ਸੀ ਇਹਨਾਂ ਨੇ 1947 ਦੇ ਵਿੱਚ ਡਿਜ਼ਾਇਨ ਤਿਆਰ ਕਰਕੇ ਅਪਣਾ ਲਿਆ ਸੀ। ਅਤੇ ਕਦੋਂ ਇਹਨੂੰ ਅਡੋਪਟ ਕੀਤਾ ਸੀ? ਅਡੋਪਟ ਕਦੋਂ ਕੀਤਾ ਸੀ? ਲੈਤਾ ਕਦੋਂ ਸੀ ਆਪਾਂ ਇਹ? 22 ਜੁਲਾਈ 1947 ਨੂੰ। ਇਹ ਗੱਲ ਯਾਦ ਰੱਖਣੀ ਹੈ। ਇੰਗਲਿਸ਼ ਕਿਸ ਸਟੇਟ ਦੀ ਮਾਤ ਭਾਸ਼ਾ ਹੈ? ਮਾਤ ਭਾਸ਼ਾ ਜਿਵੇਂ ਆਪਣੀ ਮਾਤ ਭਾਸ਼ਾ ਕੀ ਹੈ? ਪੰਜਾਬੀ, ਪਰ ਪੰਜਾਬੀ ਨੂੰ ਕੀ ਪੰਜਾਬ 'ਚ ਪੁੱਛ ਰਿਹਾ ਨਹੀਂ। ਠੀਕ ਹੈ, ਤਾਂ ਇੰਗਲਿਸ਼ ਕਿਸ ਸਟੇਟ ਦੀ ਮਾਤ ਭਾਸ਼ਾ ਹੈਗੀ? ਨਾਗਾਲੈਂਡ, ਅਸਾਮ, ਯੂਪੀ ਕਿ MP? ਅਤੇ ਇਹਦਾ ਆਨਸਰ ਹੈਗਾ A ਨੰਬਰ ਆਪਸ਼ਨ। ਨਾਗਾਲੈਂਡ ਦੀ ਆਫੀਸ਼ੀਅਲ ਲੈਂਗੁਏਜ ਆ, ਉੱਥੇ ਲੋਕ ਨਾ ਅੰਗਰੇਜ਼ੀ ਬੋਲਦੇ ਆ ਨਾਗਾਲੈਂਡ ਦੇ ਵਿੱਚ। ਆਪਣੀ ਵੀ ਹੈਗੀਆਂ ਸਟੇਟਾਂ ਇਹੋ ਜਿਹੀਆਂ। ਸੰਵਿਧਾਨ ਕਿਸ ਭਾਸ਼ਾ ਵਿੱਚ ਲਿਖਿਆ ਗਿਆ ਸੀ? ਇਹ ਪ੍ਰਸ਼ਨ ਵੈਰੀ 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 ਇੰਪੋਰਟੈਂਟ ਹੈ। ਸੰਵਿਧਾਨ ਕਿਸ ਭਾਸ਼ਾ ਦੇ ਵਿੱਚ ਸੰਵਿਧਾਨ ਲਿਖ ਰਹੇ ਸੀ, ਔਰ ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ? ਹਿੰਦੀ ਦੇ ਵਿੱਚ, ਇੰਗਲਿਸ਼ ਦੇ ਵਿੱਚ, ਉਰਦੂ ਦੇ ਵਿੱਚ ਕਿ ਦੋਵਾਂ ਦੇ ਵਿੱਚ? ਤਾਂ ਇਹਦਾ ਆਨਸਰ ਬਹੁਤ ਬੱਚੇ ਲਾ ਕੇ ਆਉਣਗੇ ਇੰਗਲਿਸ਼, ਅੱਧੇ ਲਾ ਕੇ ਆਉਣਗੇ ਹਿੰਦੀ, ਪਰ ਇਹਦਾ ਆਨਸਰ ਹੈਗਾ A and B, ਦੋਨੇ ਭਾਸ਼ਾਵਾਂ ਦੇ ਵਿੱਚ ਲਿਖਿਆ ਗਿਆ ਸੀ। ਆਹ ਦੇਖੋ ਇਕੱਠੀ ਲਿਖਿਆ ਗਿਆ ਸੀ ਇਹ। ਠੀਕ ਹੈ, ਆਹ ਤਾਂ ਪਿਆ ਹਿੰਦੀ ਵਿੱਚ ਲਿਖਿਆ, ਆਹ ਪਿਆ ਇੰਗਲਿਸ਼ ਦੇ ਵਿੱਚ ਲਿਖਿਆ। ਆਹ ਪਿਆ ਭਾਰਤ ਦੇ ਲੋਕ, ਇੱਥੇ ਪਿਆ ਵੀ ਆਰ ਪੀਪਲ। ਠੀਕ ਹੈ, ਆਹ ਗਾ ਆਪਣਾ ਸੰਵਿਧਾਨ ਜਿਹੜਾ ਲਿਖਿਆ ਗਿਆ ਸੀ ਪਹਿਲਾ ਪੇਜ 'ਤੇ। ਠੀਕ ਹੈ, ਸਟੇਟ ਅਸੈਂਬਲੀ ਦੇ ਜੋ ਚੋਣਾਂ ਹੁੰਦੀਆਂ ਹਨ ਉਸ ਨੂੰ ਕੌਣ ਕੰਡਕਟ ਕਰਵਾਉਂਦਾ? ਇਹਦਾ ਤੁਹਾਨੂੰ ਕਿੰਨੇ ਵਾਰ ਦੱਸਤਾ ਜੀ। ਸਟੇਟ ਅਸੈਂਬਲੀ ਦੀਆਂ ਚੋਣਾਂ ਹੁੰਦੀਆਂ ਆਪਣੀਆਂ, ਜਿਵੇਂ ਹੁਣ ਸਟੇਟ ਦੇ ਵਿੱਚ ਨਹੀਂ ਚੋਣਾਂ ਹੁੰਦੀਆਂ ਆਪਣੇ, ਹੁਣ ਮੁੱਖ ਮੰਤਰੀਆਂ ਹੋਣਗੀਆਂ ਆਪਣੇ ਪੰਜਾਬ ਦੇ ਵਿੱਚ, CM ਦੀਆਂ ਵੋਟਾਂ ਪੈਣਗੀਆਂ, ਤਾਂ ਉਹਦੇ ਵਿੱਚ ਕਿਹੜਾ ਹੋਊਗਾ? ਕਹਿੰਦੇ ਸਟੇਟਸ ਉਹ ਕੌਣ ਕਰਵਾਊਗਾ? ਪ੍ਰੈਜ਼ੀਡੈਂਟ ਦਾ ਕੰਮ ਹੀ ਨਹੀਂ ਵੋਟਾਂ ਕਰਵਾਉਂਦਾ। ਵੋਟਾਂ ਕੌਣ ਕਰਾਊਗਾ? ਇਲੈਕਸ਼ਨ ਕਮਿਸ਼ਨ। ਤਾਂ ਆਹ ਪਿਆ ਵੱਡਾ ਇਲੈਕਸ਼ਨ ਕਮਿਸ਼ਨ ਕਰਵਾਊਗਾ। ਠੀਕ ਹੈ, ਅਤੇ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੁੰਦਾ ਇਹ ਉਹਨਾਂ ਦਾ ਪੰਚਾਇਤੀ ਵੋਟਾਂ ਜਾਂ ਆਪਣੀਆਂ ਜਿਹੜੇ ਨਗਰ ਨਿਗਮ ਦੀਆਂ ਵੋਟਾਂ ਹੁੰਦੀਆਂ ਉਹਨਾਂ ਨੂੰ। ਭਾਰਤੀ ਸੰਵਿਧਾਨ ਦੇ ਵਿੱਚ ਪੇਜ ਡਿਜ਼ਾਇਨ ਕਿਸ ਦੁਆਰਾ ਕੀਤਾ ਗਿਆ ਹੈ? ਭਾਰਤੀ ਸੰਵਿਧਾਨ ਦੇ ਵਿੱਚ ਪੇਜ ਹੈ ਜਿਹੜੇ ਉਹ ਕਿਸ ਦੁਆਰਾ ਡਿਜ਼ਾਇਨ ਕੀਤੇ ਗਏ ਹੈ? ਰਾਮ ਮਨੋਹਰ ਸਿਨਹਾ, ਨੰਦਲ ਬੋਸ, BR ਅੰਬੇਦਕਰ ਕਿ A and B? ਤਾਂ ਇਹਦਾ ਆਨਸਰ ਹੈਗਾ D ਨੰਬਰ ਆਪਸ਼ਨ। ਰਾਮ ਮਨੋਹਰ ਸਿਨਹਾ ਅਤੇ ਨੰਦਲ ਬੋਸ ਦੁਆਰਾ ਇਹ ਡਿਜ਼ਾਇਨ ਕੀਤੇ ਗਏ। ਆਹ ਦੇਖੋ
ਆਪਣਾ ਸੰਵਿਧਾਨ ਪਾਠ ਨੰਬਰ 3 ਫੰਡਾਮੈਂਟਲ ਰਾਈਟ। ਇਹਦੇ 'ਚ ਅਲੱਗ-ਅਲੱਗ ਜਿਹੜੇ ਪੇਜ ਹੈ ਨਾ ਉਹਨਾਂ ਦੇ ਇਹ ਜਿਹੀਆਂ ਫੋਟੋਆਂ ਛਪੀਆਂ ਹੋਈਆਂ ਬਹੁਤ ਹੈਗੀਆਂ। ਵੈਸੇ ਤੁਹਾਨੂੰ ਮੇਨ ਜੀ ਕੱਢ ਕੇ ਦਿਖਾਤੀ ਮੈਂ। ਆਹ ਦੇਖੋ ਇਹਦੇ ਵਿੱਚ ਆਹ ਤਾਂ ਹੈਗਾ ਆਪਣੇ ਰਾਮ, ਆਹ ਲਕਸ਼ਮਣ ਹੈ, ਠੀਕ ਹੈ, ਆਹ ਸੀਤਾ ਮਾਤਾ, ਠੀਕ ਹੈ, ਇਹ ਹੈ ਰਾਮ ਲਕਸ਼ਮਣ ਸੀਤਾ ਮਾਤਾ। ਇਸ ਤਰ੍ਹਾਂ ਫੋਟੋਆਂ ਆਪਣੇ ਲੱਗੀਆਂ ਹੋਈਆਂ ਹੈਗੀਆਂ। ਤਾਂ ਹੀ ਬਸ ਪ੍ਰਸ਼ਨ ਪੁੱਛਿਆ ਇਹਨਾਂ ਨੇ ਕਿ ਭਾਰਤੀ ਸੰਵਿਧਾਨ ਦੇ ਵਿੱਚ ਪੇਜ ਦਾ ਡਿਜ਼ਾਈਨ ਕਿਸ ਦੁਆਰਾ ਤਿਆਰ ਕੀਤਾ ਗਿਆ ਹੈ, ਤਾਂ ਰਾਮ ਮਨੋਹਰ ਅਤੇ ਨੰਦਲ ਬੋਸ ਦੁਆਰਾ ਤਿਆਰ ਕੀਤਾ ਗਿਆ। ਇਹਦੇ ਵਿੱਚ ਆਪਣੇ ਇਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ, ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਬਸ ਇਹ ਨਾਲ ਆਪਣਾ ਇਹ ਲੈਕਚਰ ਖਤਮ ਹੋ ਗਿਆ ਭਾਈ। ਅਤੇ PDF ਤੁਹਾਨੂੰ ਮੇਰਾ ਪ੍ਰੋਵਾਈਡ ਕਰਵਾ ਦੂੰਗਾ। ਕਿਵੇਂ ਲੱਗਿਆ ਲੈਕਚਰ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ। ਅਤੇ ਮੈਥ ਵਾਲਾ ਲੈਕਚਰ ਵੀ ਅੱਜ ਆਪਾਂ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਠੀਕ ਹੈ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ ਭਾਈ।